ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰ ਦਾਤਾ ਹਰ ਨਾਮ ਦੇ, ਉਧਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗੰਮ ਅਪਾਰ। ਗੁਰ ਸਮਰੱਥ ਹਰ ਨਾਮ ਦੇ, ਉਧਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਊਚਾ ਅਗੰਮ ਅਪਾਰ। ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੇ ਕਥਨ ਹਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾਹੋ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ। ਤਜ ਅਭਿਮਾਨ ਭਏ ਨਿਰਵੈਰ, ਆਠ ਪਹਿਰ ਪੂਜੋ ਗੁਰ ਪੈਰ। ਆਬ ਮਤ ਬਿਨਸੀ ਦੁਸ਼ਟ ਬਿਗਾਨੀ, ਜਬ ਤੇ ਸੁਣਿਆ ਹਰ ਜਸ ਕਾਨੀ। ਰਹਾਉ ਸਹਿਜ ਸੂਖ ਆਨੰਦ ਨਿਧਾਨ, ਰਾਖਣ ਹਾਰ ਰਖ ਲੈ ਨਿਧਾਨ। ਦੁਖ ਦਰਸ ਬਿਨਸੇ ਭੈ ਭਰਮ, ਆਵਣ ਜਾਨ ਰਖੇ ਕਰ ਕਰਮ। ਪੇਖੈ ਬੋਲੇ ਸੁਣੈ ਸਭ ਆਪ, ਸਦਾ ਸੰਗ ਤਾ ਕਉ ਮਨ ਜਾਪ। ਸੰਤ ਪ੍ਰਸਾਦ ਭਇਓ ਪਰਗਾਸ, ਪੂਰ ਰਹੇ ਏਕੈ ਗੁਣ ਤਾਸ। ਕਹਿਤ ਪਵਿੱਤਰ ਸੁਣਤ ਪੁਨੀਤ,
ਗੁਣ ਗੋਵਿੰਦ ਗਾਵਹਿ ਨਿਤ ਨੀਤ। ਕਹੋ ਨਾਨਕ ਜਾ ਕੋ ਹੋ ਕਿਰਪਾਲ। ਤਿਸ ਜਨ ਕੀ ਸਭ ਪੂਰਨ ਕਾਲ। ਕਹੋ ਨਾਨਕ ਜਾ ਕੋ ਹੋ ਕਿਰਪਾਲ। ਤਿਸ ਜਨ ਕੀ ਸਭ ਪੂਰਨ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਦਿਆਲੂ ਗਰੀਬ ਨਿਵਾਸ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਚਰਨ ਛੋਹ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਣੇ ਮਨੁੱਖ ਜਨਮ ਦੀਆਂ ਘੜੀਆਂ ਸਫਲ ਕਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਦਾ ਖਾਸ ਸੁੰਦਰ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨਤਾ ਦੇ ਯੋਗ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੇ ਅੰਦਰ ਬੈਠ ਕਰਕੇ ਰੱਬੀ ਬਾਣੀ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਲਾਹਾ ਮਾਣ ਰਹੇ ਹੋ। ਲੜੀਵਾਰ ਗੁਰ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ, ਇਸ ਦੇ ਵਿਚਾਰ ਅਤੀ ਸਤਿਕਾਰਯੋਗ ਗਿਆਨੀ ਜੀਵਨ ਜੀਤ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਕਮੇਟੀ ਆਪ ਜੀ ਨੂੰ ਵਿਚਾਰ ਸਰਵਣ ਕਰਵਾਉਣਗੇ। ਅੱਜ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਗੁਰਪੁਰਬ ਹੈ। ਗਿਆਨੀ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਵਿਚਾਰ ਦੇ ਨਾਲ ਨਾਲ ਸਤਿਗੁਰਾਂ ਦੇ ਸੰਪੂਰਨਤਾ ਗੁਰਪੁਰਬ ਦਿਵਸ ਦੀਆਂ ਵਿਚਾਰਾਂ ਵੀ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਪ੍ਰੇਮ ਦੇ ਨਾਲ ਗੁਰੂ ਚਰਨਾਂ ਦੇ ਅੰਦਰ ਬੈਠ ਕਰਕੇ ਰੱਬੀ ਬਾਣੀ ਦੇ ਵਿਚਾਰ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਣ ਕੋ ਰਾਜ ਆਪੈ ਭਗਤਾਂ ਜਨ ਦਿਓ। ਕਾਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲਿਆ ਟਲ ਆਦ ਪੁਰਖ ਫਰਮਾਇਓ। ਸ੍ਰੀ ਗੁਰੂ ਰਾਜ ਅਬ ਚਲਿਆ ਟਲ ਆਦ ਪੁਰਖ ਫਰਮਾਇਓ। ਸਾਹਿਬੇ ਇਕਬਾਤ ਸਾਹਿਬੇ ਕਮਾਲ ਸਾਹਿਬੇ ਬਰਕਤ ਮੁਰਸ਼ਦੇ ਕਾਮਲ ਨੂਰੇ ਨਜ਼ਰ ਰੋਸ਼ਨੇ ਚਿਰਾਗ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ। ਸਾਰੀ ਕਾਇਨਾਤ ਦੇ ਸਾਂਝੇ ਰਹਿਬਰ ਰਾਜਾਨ ਰਾਜ ਭਾਨ ਆਨ ਭਾਨ
ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਪਵਿੱਤਰ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ 8ਵੇਂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸੰਗਤ ਰੂਪ ਦੇ ਵਿੱਚ ਆਪ ਸਭ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਚੱਲ ਰਹੀ ਲੜੀਵਾਰ ਕਥਾ ਜੋ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ, ਆਓ ਸਤਿਗੁਰਾਂ ਦੀਆਂ ਅਸੀਸਾਂ ਲੈ ਕੇ ਅੱਜ ਦਾ ਜੋ ਸਤਿਗੁਰੂ ਜੀ ਨੇ ਸਾਨੂੰ ਲੜੀਵਾਰ ਸ਼ਬਦ ਬਖਸ਼ਿਆ ਹੈ ਵਿਚਾਰ ਵਾਸਤੇ, ਉਸ ਦੇ ਵਿਚਾਰ ਸਤਿਗੁਰਾਂ ਦੇ ਨਿੱਘੇ ਗੋਦ ਦੇ ਵਿੱਚ ਬੈਠ ਕੇ ਪ੍ਰਾਰੰਭ ਕਰੀਏ। ਸਤਿਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਸ਼ਬਦ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਗੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 183 ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਫਰਮਾ ਰਹੇ ਹਨ, ਸਾਧ ਸੰਗ ਜਪਿਓ ਭਗਵੰਤ। ਸੰਗਤ ਦੀ ਸਾਧ ਸੰਗਤ ਜੀ ਬੜੀ ਮਹਾਨਤਾ ਹੈ, ਬੜੀ ਵਡਿਆਈ ਹੈ। ਚੰਗੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੀ ਸੰਗਤ ਕਰਕੇ ਨਿਕੰਮੇ ਬੂਟੇ ਜਿਹੜੇ ਨੇ ਢਾਕ ਪਲਾਸ ਵਰਗੇ, ਉਹ ਵੀ ਚੰਦਨ ਦਾ ਰੂਪ ਹੋ ਜਾਂਦੇ ਹਨ। ਇਹ ਚੰਦਨ ਦੀ ਸੰਗਤ ਹੈ। ਪਰ ਨਾਲ ਹੀ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜਿੱਥੇ ਚੰਗੀ ਸੰਗਤ ਕਰਨੀ ਹੈ, ਗੁਰਮੁਖਾਂ ਦੀ ਸੰਗਤ ਕਰਨੀ ਹੈ, ਉਥੇ ਮਨਮੁਖਾਂ ਦੀ ਸੰਗਤ ਤੋਂ ਬਚਣਾ ਹੈ। ਕਿਉਂਕਿ ਮਨਮੁਖ ਦੀ ਸੰਗਤ ਇੱਕ ਕਾਲੇ ਭਾਂਡੇ ਵਰਗੀ ਹੈ। ਜਿਸ ਤਰ੍ਹਾਂ ਕਾਲੇ ਭਾਂਡੇ ਨੂੰ ਛੂਹਿਆਂ, ਕਾਲੇ ਭਾਂਡੇ ਨੂੰ ਟੱਚ ਕੀਤਿਆਂ ਮਾੜਾ ਮੋਟਾ ਸਾਧ ਸੰਗਤ ਜੀ ਦਾਗ ਲੱਗ ਹੀ ਜਾਂਦਾ ਹੈ ਕੱਪੜਿਆਂ ਦੇ ਉੱਤੇ, ਸਰੀਰ ਦੇ ਉੱਤੇ। ਸਤਿਗੁਰੂ ਕਿਰਪਾ ਕਰਦੇ ਹਨ, ਬਿਸਰ ਗਈ ਸਭ ਤਾਤ ਭਰਾਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੇ ਪ੍ਰਭੂ, ਮੇਰੇ ਅੰਦਰੋਂ ਈਰਖਾ ਸਾੜਾ ਖਤਮ ਹੋ ਗਿਆ ਹੈ। ਤਾਤ ਪਰਾਈ ਤਾਤ ਭਾਵ ਕਿ ਈਰਖਾ। ਜਬ ਤੇ ਸਾਧ ਸੰਗਤ ਪਾਈ, ਜਦੋਂ ਦੀ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ, ਜਦੋਂ ਦੀ ਮੈਂ ਗੁਰਮੁਖਾਂ ਦੀ ਸੰਗਤ ਕਰਨ ਲੱਗ ਪਿਆ ਹਾਂ, ਮੇਰੇ ਅੰਦਰੋਂ ਈਰਖਾ ਖਤਮ ਹੋ ਗਈ। ਬਨਸਪਤੀ ਨੇ ਵੀ ਸਾਧ ਸੰਗਤ ਜੀ ਸੰਗਤ ਦਾ ਅਸਰ ਕਬੂਲ ਕੀਤਾ ਹੈ। ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹੈ। ਸਤਿਗੁਰ ਫਰਮਾਉਂਦੇ ਨੇ, ਵਡਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਵੱਡੇ ਭਾਗਾਂ ਦੇ ਨਾਲ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਔਰ ਸਾਧ ਸੰਗਤ ਦੇ ਵਿੱਚ ਜੁੜਿਆਂ ਭੈੜੀ ਮਤ ਦਾ, ਦੁਰਮਤ ਦਾ ਨਾਸ਼ ਹੋ ਜਾਂਦਾ ਹੈ। ਤਿਨ ਕੀ ਧੂਰ ਨਾਨਕ ਦਾਸ ਬੰਛ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਨਾਨਕ ਦਾਸ ਮੰਗਦਾ ਹੈ, ਜਿਨ੍ਹਾਂ ਨੇ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋਇਆ ਹੈ, ਵਸਾਇਆ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ, ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਭਾਵੇਂ ਕੋਈ ਕਰੋੜਾਂ ਤੀਰਥਾਂ 'ਤੇ ਇਸ਼ਨਾਨ ਕਰ ਲਵੇ, ਪਰ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਸਾਧ ਸੰਗਤ ਜੀ ਕੇਵਲ ਮਨ ਦੀ ਗੰਦਗੀ ਤੇ ਦੂਰ ਕੀ ਹੋਣੀ ਹੈ, ਸਰੀਰ ਦੀ ਗੰਦਗੀ ਦੂਰ ਹੁੰਦੀ ਹੈ, ਮਨ ਦੀ ਗੰਦਗੀ ਦੂਰ ਨਹੀਂ ਹੁੰਦੀ। ਮਨ ਦੀ ਗੰਦਗੀ ਕਿਸ ਤਰ੍ਹਾਂ ਦੂਰ ਹੋਣੀ ਹੈ? ਸਤਿਗੁਰ ਫਰਮਾਉਂਦੇ ਨੇ ਵੀ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਭਾਈ ਇਸ਼ਨਾਨ ਕਰ। ਜਦੋਂ ਸਾਧ ਸੰਗਤ ਦੇ ਵਿੱਚ ਆ ਕੇ ਬੈਠੇਗਾ, ਕਥਾ ਕੀਰਤਨ ਸਰਵਣ ਕਰੇਗਾ, ਤਾਂ ਫਿਰ ਜਿੱਥੇ ਤੇਰਾ ਸਰੀਰ ਪਵਿੱਤਰ ਹੋਵੇਗਾ ਉੱਥੇ ਤੇਰਾ ਮਨ ਵੀ ਪਵਿੱਤਰ ਹੋ ਜਾਵੇਗਾ, ਤੇਰੇ ਮਨ ਦਾ ਵੀ ਇਸ਼ਨਾਨ ਹੋ ਜਾਵੇਗਾ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਸਾਧ ਸੰਗਤ ਦੇ ਵਿੱਚ ਜੋ ਹਰੀ ਦੇ ਗੁਣ ਗਾਏਗਾ, ਸੁਣੇਗਾ, ਸੋ ਨਿਰਮਲ ਕਰ ਲੀਜੈ, ਉਹ ਆਪਣਾ ਮਨ ਨਿਰਮਲ ਕਰ ਲਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸਾਧ ਸੰਗ ਜਪਿਓ ਭਗਵੰਤ। ਸਾਧ ਸੰਗਤ ਦੇ ਵਿੱਚ ਭਾਈ ਬੈਠ ਕੇ ਭਗਵੰਤ ਨੂੰ ਭਾਵ ਕੇ ਪਰਮਾਤਮਾ ਨੂੰ ਜਪਿਆ ਕਰ, ਉਸ ਦੀ ਭਜਨ ਬੰਦਗੀ ਕਰਿਆ ਕਰ। ਗੁਰਮੁਖੋ, ਪਾਣੀ ਦੀ ਬੂੰਦ ਪਹਾੜਾਂ ਦੇ ਵਿੱਚੋਂ ਨਿਕਲਦੀ ਆ, ਪਹਾੜਾਂ ਦਾ ਸੀਨਾ ਪਾੜ ਕੇ। ਔਰ ਇੱਕ ਪਾਣੀ ਦੀ ਬੂੰਦ ਦਾ ਟਾਰਗੇਟ ਕੀ ਹੈ, ਉਸ ਦੀ ਮੰਜ਼ਿਲ ਕੀ ਹੈ? ਸਮੁੰਦਰ ਤੱਕ ਪਹੁੰਚਣਾ, ਸਮੁੰਦਰ ਦੇ ਨਾਲ ਮਿਲਾਪ। ਪਰ ਇੱਕ ਇਕੱਲੀ ਪਾਣੀ ਦੀ ਬੂੰਦ ਸਮੁੰਦਰ ਤੱਕ ਨਹੀਂ ਪਹੁੰਚ ਸਕਦੀ, ਸੁੱਕ ਜਾਵੇਗੀ। ਪਹਾੜਾਂ ਦੇ ਵਿੱਚੋਂ ਨਹੀਂ ਨਿਕਲ ਸਕਦੀ, ਪਹਾੜਾਂ ਦਾ ਸੀਨਾ ਨਹੀਂ ਪਾੜ ਸਕਦੀ। ਇੱਕ ਬੂੰਦ ਨੂੰ ਕਰੋੜਾਂ ਬੂੰਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਦੂਸਰੀਆਂ ਬੂੰਦਾਂ ਦਾ ਸਹਾਰਾ ਲੈ ਕੇ ਉਸ ਦਾ ਸਫ਼ਰ ਸੌਖਾ ਤੈਅ ਹੋ ਜਾਂਦਾ ਹੈ। ਲੱਖਾਂ ਮੀਲ ਪੈਂਡਾ ਜਿਹੜਾ ਹੈ ਸੌਖਾ ਤੈਅ ਕਰ ਲੈਂਦੀ ਹੈ ਪਾਣੀ ਦੀ ਬੂੰਦ, ਦੂਸਰੀਆਂ ਬੂੰਦਾਂ ਦਾ ਸਹਾਰਾ ਲੈ ਕੇ। ਇਸੇ ਪ੍ਰਕਾਰ ਸਤਿਗੁਰ ਫਰਮਾਉਂਦੇ ਨੇ ਕਿ ਭਾਈ ਜਦੋਂ ਤੂੰ ਗੁਰੂ ਘਰ ਆ ਕੇ ਬੈਠੇਗਾ, ਸਾਧ ਸੰਗਤ ਦੇ ਵਿੱਚ ਜੁੜੇਗਾ, ਤਾਂ ਫਿਰ ਦੂਸਰੇ ਗੁਰਮੁਖਾਂ ਦਾ ਸੰਗ ਕਰਕੇ ਤੇਰਾ ਵੀ ਇਹ ਸਫ਼ਰ ਜਿਹੜਾ ਹੈ ਨਾ ਪਰਮਾਤਮਾ ਰੂਪੀ ਸਮੁੰਦਰ ਤੱਕ ਪਹੁੰਚਣ ਦਾ, ਇਹ ਤੇਰਾ ਸੌਖਾ ਤੈਅ ਹੋ ਜਾਵੇਗਾ। ਕੇਵਲ ਨਾਮ ਦਿਓ ਗੁਰਮੰਤ। ਪੰਚਮ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਨੇ ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੇ ਵਿੱਚ ਨਾਮ ਰੂਪੀ ਮੰਤਰ ਦੀ ਬਖਸ਼ਿਸ਼ ਕਰ ਦਿੱਤੀ ਹੈ। ਹੁਣ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ ਹੈ। ਤਾਜ ਅਭਿਮਾਨ ਭਏ ਨਿਰਵੈਰ। ਗੁਰਮੁਖ ਜੋ ਸਾਧ ਸੰਗਤ ਕਰਦੇ ਹਨ, ਪ੍ਰਭੂ ਦਾ ਨਾਮ ਸੁਣਦੇ ਹਨ, ਪ੍ਰਭੂ ਦੇ ਜਸ ਗਾਇਨ ਕਰਦੇ ਹਨ, ਸਤਿਗੁਰੂ ਕਿਰਪਾ ਕਰਦੇ ਨੇ ਕਿ ਤਾਜੇ ਅਭਿਮਾਨ ਭਏ ਨਿਰਵੈਰ। ਉਹ ਆਪਣਾ ਹੰਕਾਰ ਛੱਡ ਕੇ, ਆਪਣੇ ਅਭਿਮਾਨ ਨੂੰ ਤਿਆਗ ਕੇ, ਆਪਣੀ ਹਉਮੈ ਤੋਂ ਮੁਕਤ ਹੋ ਕੇ ਭਏ ਨਿਰਵੈਰ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਫਿਰ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਕੋਈ ਵੈਰ ਭਾਵਨਾ ਨਹੀਂ ਰਹਿੰਦੀ। ਉਹ ਤਾਂ ਫਿਰ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਪ੍ਰਭੂ ਦੇ ਦਰਸ਼ਨ ਕਰਦੇ ਹਨ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਹ ਤਾਂ ਫਿਰ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੀ ਦੇਖਦੇ ਹਨ। ਭਾਈ ਕਨ੍ਹਈਆ ਜੀ ਵਾਲੀ ਦ੍ਰਿਸ਼ਟੀ ਬਣ ਜਾਂਦੀ ਉਹਨਾਂ ਦੀ। ਪਰ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਦੇ ਨੇ, ਤਾਜੇ ਅਭਿਮਾਨ। ਇਹ ਸੰਗਤ ਦੀ ਬੜੀ ਵਡਿਆਈ ਹੈ। ਹੰਕਾਰ ਤੋਂ ਛੁਟਕਾਰਾ ਹੋ ਜਾਂਦਾ ਹੈ। ਹੰਕਾਰ ਦੀ ਕੰਧ ਕਰਕੇ ਸਾਧ ਸੰਗਤ ਜੀ ਸਾਨੂੰ ਪਰਮਾਤਮਾ ਦਿਖਾਈ ਨਹੀਂ ਦਿੰਦਾ। ਸਾਡੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਹੰਕਾਰ ਦੀ ਮੈਲ ਜੰਮੀ ਪਈ ਹੈ। ਪਰਮਾਤਮਾ ਸਾਡੇ ਅੰਦਰ ਹੀ ਹੈ, ਬਾਹਰ ਵੀ ਹੈ ਤੇ ਅੰਦਰ ਵੀ ਹੈ। ਪਰਮਾਤਮਾ ਨੂੰ ਲੱਭਣ ਵਾਸਤੇ ਕਿਤੇ ਜੰਗਲਾਂ ਦੇ ਵਿੱਚ ਭਟਕਣ ਦੀ ਲੋੜ ਨਹੀਂ। ਸਤਿਗੁਰ ਫਰਮਾਉਂਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ। ਹੇ ਭਾਈ ਜੀ, ਜੰਗਲਾਂ ਦੇ ਵਿੱਚ ਕਿਉਂ ਭਟਕਦਾ ਫਿਰਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਉਹ ਤਾਂ ਤੇਰੇ ਅੰਦਰ ਹੀ ਹੈ। ਬਾਬਾ ਬੁੱਲੇ ਸ਼ਾਹ ਪੰਜਾਬ ਦੇ ਪ੍ਰਸਿੱਧ ਸੂਫੀ ਫਕੀਰ ਹੋਏ ਨੇ। ਬਾਬਾ ਬੁੱਲੇ ਸ਼ਾਹ ਲਿਖਦੇ ਨੇ ਕਿ ਬੁੱਲਿਆ ਮੰਦਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਛ ਢਹਿੰਦਾ, ਇੱਕ ਨਾ ਢਾਵੀਂ ਦਿਲ ਬੰਦੇ ਦਾ, ਤੇਰਾ ਰੱਬ ਦਿਲਾਂ ਵਿੱਚ ਰਹਿੰਦਾ।
ਉਹ ਪਰਮਾਤਮਾ ਤੇਰੇ ਦਿਲ ਦੇ ਵਿੱਚ, ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਕਿਸੇ ਦੇ ਨਾਲ ਮਾੜਾ ਬੋਲ ਨਾ ਬੋਲ। ਤੇਰੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਹੰਕਾਰ ਦੀ ਮੈਲ ਜੰਮ ਗਈ ਹੈ, ਤੇ ਹੰਕਾਰ ਦੀ ਮੈਲ ਕਰਕੇ ਤੈਨੂੰ ਪ੍ਰਭੂ ਦਿਸਦਾ ਨਹੀਂ। ਅਸੀਂ ਪੜ੍ਹਦੇ ਹਾਂ, ਸਤਿਗੁਰੂ ਕਿਰਪਾ ਕਰਦੇ ਨੇ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਖੇ, ਮੂੰਹ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਆ ਉਹ ਧੋਏ। ਭਰੀਏ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਇਹ ਮੱਤ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਮਨ ਸਾਬਣ ਦੇ ਨਾਲ ਨਹੀਂ ਧੋਤਾ ਜਾ ਸਕਦਾ। ਕੱਪੜੇ ਦੇ ਧੋ ਲਾਂਗੇ, ਆਪਣਾ ਸਰੀਰ ਸਾਫ਼ ਕਰ ਲਾਂਗੇ ਪਾਣੀ ਦੇ ਨਾਲ, ਸਾਬਣ ਦੇ ਨਾਲ, ਪਰ ਹਉਮੈ ਤੋਂ ਛੁਟਕਾਰਾ ਕਿਸ ਤਰ੍ਹਾਂ ਹੋਣਾ ਹੈ? ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਗੁਰੂ ਦਾ ਸਿੱਖ ਹੰਕਾਰੀ ਨਹੀਂ ਹੋ ਸਕਦਾ। ਜਿਹੜਾ ਪ੍ਰਭੂ ਦੇ ਰਸਤੇ 'ਤੇ ਚੱਲਦਾ ਨਾ, ਰੱਬ ਦਾ ਪਿਆਰਾ, ਉਹ ਹੰਕਾਰੀ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰ ਫਰਮਾਉਂਦੇ ਨੇ ਕਿ ਹਉਮੈ ਤੇ ਪ੍ਰਭੂ ਦਾ ਨਾਮ ਇੱਕੋ ਸਮੇਂ ਸਾਡੇ ਹਿਰਦੇ ਦੇ ਵਿੱਚ ਨਹੀਂ ਰਹਿ ਸਕਦੇ। ਇੱਕ ਸਮੇਂ ਸਾਡੇ ਹਿਰਦੇ ਦੇ ਵਿੱਚ ਇੱਕੋ ਹੀ ਚੀਜ਼ ਰਹਿ ਸਕਦੀ ਹੈ, ਜਾਂ ਤਾਂ ਫਿਰ ਹਉਮੈ ਤੇ ਜਾਂ ਫਿਰ ਪ੍ਰਭੂ ਦਾ ਨਾਮ। ਪਰ ਦੋਵੇਂ ਚੀਜ਼ਾਂ ਸਾਡੇ ਹਿਰਦੇ ਦੇ ਵਿੱਚ ਇੱਕੋ ਸਮੇਂ ਨਹੀਂ ਰਹਿ ਸਕਦੀਆਂ। ਬਿਲਕੁਲ ਜਿਸ ਤਰ੍ਹਾਂ ਮਿਆਨ ਦੇ ਵਿੱਚ ਸਾਧ ਸੰਗਤ ਜੀ ਦੋ ਤਲਵਾਰਾਂ ਨਹੀਂ ਨਾ ਸਮਾਉਂਦੀਆਂ, ਮਿਆਨ ਦੇ ਵਿੱਚ ਇੱਕੋ ਤਲਵਾਰ ਸਮਾਉਂਦੀ ਹੈ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਹਉਮੈ ਦੇ ਵਿੱਚ ਕੀਤੀ ਹੋਈ ਸੇਵਾ ਸਾਧ ਸੰਗਤ ਜੀ ਖਾਲੀ ਚਲੇ ਜਾਂਦੀ ਹੈ। ਮਨ ਜਿਹੜਾ ਨਾ ਸਾਡਾ ਮਨ, ਇਹ ਖਾਲੀ ਦਾ ਖਾਲੀ ਰਹਿ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਭਾਂਡੇ ਦੇ ਵਿੱਚ ਦੁੱਧ ਪਾਈਏ, ਪਰ ਦੁੱਧ ਅਸੀਂ ਪੀ ਨਹੀਂ ਸਕਦੇ ਜੇਕਰ ਭਾਂਡੇ ਦਾ ਤਲਾ ਨਾ ਹੋਵੇ। ਭਾਂਡੇ ਦਾ ਤਲਾ ਹੋਵੇਗਾ ਫਿਰ ਹੀ ਦੁੱਧ ਟਿਕੇਗਾ ਨਾ। ਇਸੇ ਪ੍ਰਕਾਰ ਜੇਕਰ ਹਿਰਦੇ ਰੂਪੀ ਭਾਂਡੇ ਦੇ ਵਿੱਚ ਦੁੱਧ ਟਿਕਾਉਣਾ ਹੈ, ਤਾਂ ਸਾਧ ਸੰਗਤ ਜੀ ਸੰਤੋਖ ਦਾ ਤਲਾ ਜਿਹੜਾ ਨਾ ਸਾਨੂੰ ਧਾਰਨ ਕਰਨਾ ਪੈਣਾ ਹੈ। ਸਤਿਗੁਰੂ ਕਿਰਪਾ ਕਰਦੇ ਨੇ ਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਹੁਣ ਹਉਮੈ ਹੰਕਾਰ ਜਿਹੜਾ ਹੈ, ਇਸ ਤੋਂ ਤੇ ਵੱਡੇ ਵੱਡੇ ਦੇਵਤੇ ਵੀ ਨਹੀਂ ਬਚ ਸਕੇ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸੇ ਨਾ ਜਾਣੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਪਰ ਜਿਹੜੇ ਗੁਰਮੁਖ ਨੇ ਨਾ, ਗੁਰੂ ਦੇ ਸਨਮੁਖ ਹੋ ਕੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਦੇ ਹਨ, ਸਾਧ ਸੰਗਤ ਜੀ, ਉਹਨਾਂ ਨੇ ਹਉਮੈ ਤੋਂ ਛੁਟਕਾਰਾ ਪ੍ਰਾਪਤ ਕਰ ਲਿਆ ਹੈ। ਫਰੀਦਾ ਗਰਭ ਜਨਾ ਵਡਿਆਈਆਂ, ਧਨ ਜੋਬਨ ਆਗਾ। ਖਾਲੀ ਚਲੇ ਧਣੀ ਸਿਉ, ਟਿੱਬੇ ਜਿਉ ਮਿਆਹ। ਭਗਤ ਫਰੀਦ ਸਾਹਿਬ ਜੀ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਭਾਈ, ਸੌਣ ਭਾਦੋਂ ਦੇ ਵਿੱਚ ਮੀਂਹ ਪੈਂਦੇ ਨੇ, ਝੜੀਆਂ ਲੱਗਦੀਆਂ ਨੇ, ਪਰ ਉੱਚੇ ਉੱਚੇ ਜਿਹੜੇ ਟਿੱਬੇ ਨੇ ਨਾ, ਭਾਵੇਂ ਮੀਂਹ ਪੈਂਦਾ ਰਹਿੰਦਾ ਟਿੱਬਿਆਂ 'ਤੇ, ਪਰ ਫਿਰ ਵੀ ਉਹ ਟਿੱਬੇ ਜਿਹੜੇ ਨੇ ਪਾਣੀ ਤੋਂ ਸੱਖਣੇ ਰਹਿੰਦੇ ਹਨ, ਕਿਉਂਕਿ ਪਾਣੀ ਖਲਾਉਂਦਾ ਨਹੀਂ, ਉਹ ਉੱਚੇ ਨੇ। ਪਾਣੀ ਦੇ ਸਾਧ ਸੰਗਤ ਜੀ ਨਿਵਾਣ ਨੂੰ ਹੀ ਵਗਦਾ ਹੈ, ਨੀਵੀਂ ਥਾਂ ਨੂੰ ਵਗਦਾ ਹੈ। ਇਸੇ ਪ੍ਰਕਾਰ ਭਗਤ ਫਰੀਦ ਸਾਹਿਬ ਜੀ ਫਰਮਾਉਂਦੇ ਨੇ ਕਿ ਕਿਤੇ ਆਪਣੇ ਗਿਆਨ ਦਾ, ਆਪਣੀ ਸੁੰਦਰਤਾ ਦਾ, ਆਪਣੇ ਧਨ ਦੌਲਤ ਦਾ, ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰ ਬੈਠੀ। ਨਹੀਂ ਤੇ ਫਿਰ ਜੇਕਰ ਆਪਣੇ ਮਨ ਨੂੰ ਹੰਕਾਰ ਦੇ ਵਿੱਚ ਟਿੱਬਾ ਬਣਾਏਗਾ ਨਾ, ਤਾਂ ਫਿਰ ਗੁਰੂ ਘਰ ਆ ਕੇ ਵੀ ਤੂੰ ਟਿੱਬੇ ਵਾਂਗੂ ਖਾਲੀ ਦਾ ਖਾਲੀ ਰਹਿ ਜਾਵੇਂਗਾ। ਗੁਰੂ ਦੀ ਬਾਣੀ ਦੀ ਵਰਖਾ ਸਾਧ ਸੰਗਤ ਜੀ ਸਾਡੇ 'ਤੇ ਹੋ ਰਹੀ ਹੈ। ਸਤਿਗੁਰੂ ਸਾਡੇ 'ਤੇ ਕਿਰਪਾ ਕਰ ਰਹੇ ਨੇ। ਸਤਿਗੁਰੂ ਸਾਡੇ 'ਤੇ ਨਿਰੰਤਰ ਆਪਣੀ ਬਾਣੀ ਦੀ ਵਰਖਾ ਕਰਦੇ ਨੇ। ਪਰ ਜੇਕਰ ਅਸੀਂ ਹਉਮੈ ਦੇ ਵਿੱਚ ਹੀ ਰਹੇ, ਹੰਕਾਰ ਦੇ ਵਿੱਚ ਹੀ ਸਾਧ ਸੰਗਤ ਜੀ ਅਸੀਂ ਆਉਂਦੇ ਰਹੇ ਗੁਰੂ ਦਰਬਾਰ, ਤਾਂ ਫਿਰ ਸਾਡਾ ਵੀ ਹਾਲ ਟਿੱਬੇ ਵਾਲਾ ਹੀ ਹੋਵੇਗਾ। ਹਾਂ ਤਿਸ ਘੋਲ ਘੁਮਾਇਆ, ਗੁਰਮੁਖ ਹਿਰਦੈ ਗਰੀਬੀ ਆਵੇ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਮੈਂ ਉਹਨਾਂ ਦੇ ਉੱਤੇ ਕੁਰਬਾਨ ਜਾਂਦਾ ਹਾਂ, ਗੁਰਸਿੱਖਾਂ ਦੇ ਉੱਤੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਰੀਬੀ ਹੈ, ਭਾਵ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਿਮਰਤਾ ਹੈ। ਤਜ ਅਭਿਮਾਨ ਭਏ ਨਿਰਵੈਰ। ਅਭਿਮਾਨ ਛੱਡ ਕੇ, ਹਉਮੈ ਹੰਕਾਰ ਛੱਡ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾ ਰਹੇ ਹਨ
ਕਿ ਜਿਹੜੇ ਗੁਰਮੁਖ ਪਿਆਰੇ ਨੇ ਨਾ ਉਹ ਨਿਰਵੈਰ ਹੋ ਜਾਂਦੇ ਨੇ। ਉਹਨਾਂ ਦੇ ਮਨ ਦੇ ਵਿੱਚੋਂ ਈਰਖਾ ਦਵੈਤ ਭਾਵਨਾ ਖਤਮ ਹੋ ਜਾਂਦੀ ਹੈ। ਸਾਧ ਸੰਗਤ ਜੀ, ਜੇਕਰ ਸਾਡੇ ਹਿਰਦੇ ਦੇ ਵਿੱਚੋਂ ਈਰਖਾ ਨਿਕਲ ਗਈ, ਹੰਕਾਰ ਹਉਮੈ ਸਾਡੇ ਮਨ ਦੇ ਵਿੱਚੋਂ ਇਹ ਔਗਣ ਨਿਕਲ ਗਏ, ਤਾਂ ਫਿਰ ਸਾਡਾ ਮਨ ਵੀ ਹੌਲਾ ਫੁੱਲ ਹੋ ਜਾਵੇਗਾ। ਮੈਂ ਇੱਕ ਇਤਿਹਾਸਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਨ 1675 ਦੇ ਵਿੱਚ ਸਾਧ ਸੰਗਤ ਜੀ ਚਾਂਦਨੀ ਚੌਕ ਦਿੱਲੀ ਦੇ ਵਿੱਚ ਸ਼ਹੀਦ ਕੀਤਾ। ਜਦੋਂ ਔਰੰਗਜ਼ੇਬ ਮਰਿਆ ਤਾਂ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚ ਹਿੰਦੁਸਤਾਨ ਦੇ ਤਖਤ ਵਾਸਤੇ ਜੰਗ ਸ਼ੁਰੂ ਹੋ ਗਈ। ਜਿਹੜਾ ਬਹਾਦਰ ਸ਼ਾਹ ਸੀ ਨਾ, ਸਭ ਤੋਂ ਵੱਡਾ ਪੁੱਤਰ ਔਰੰਗਜ਼ੇਬ ਦਾ, ਉਹ ਭਾਈ ਨੰਦ ਲਾਲ ਜੀ ਦੇ ਜ਼ਰੀਏ ਦਸ਼ਮੇਸ਼ ਪਿਤਾ ਜੀ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਵਿਸ਼ਵਾਸ ਰੱਖਦਾ ਸੀ, ਪ੍ਰੇਮ ਰੱਖਦਾ ਸੀ। ਜੈਸੀ ਸੰਗਤ ਤੈਸੀ ਰੰਗਤ। ਗੁਰਮੁਖਾਂ ਦੀ ਸੰਗਤ ਕਰਕੇ ਸਾਧ ਸੰਗਤ ਜੀ ਗੁਰਮਤਿ ਦਾ ਰੰਗ ਚੜ੍ਹਦਾ ਹੈ। ਮਨਮੁਖਾਂ ਦੀ ਸੰਗਤ ਕਰਕੇ ਮਨਮਤ ਦਾ ਰੰਗ ਚੜ੍ਹਦਾ ਹੈ। ਭਾਈ ਨੰਦ ਲਾਲ ਜੀ ਦੀ ਸੰਗਤ ਕਰਕੇ ਬਹਾਦਰ ਸ਼ਾਹ ਨੂੰ ਗੁਰਮਤਿ ਦਾ ਰੰਗ ਚੜ੍ਹ ਗਿਆ। ਸਤਿਗੁਰਾਂ ਦੇ ਪ੍ਰਤੀ ਉਸ ਦੇ ਮਨ ਦੇ ਵਿੱਚ ਪ੍ਰੇਮ ਭਾਵਨਾ ਪੈਦਾ ਹੋ ਗਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹਾਦਰ ਸ਼ਾਹ ਅਰਜ਼ ਕਰਦਾ ਹੈ, ਬੇਨਤੀ ਕਰਦਾ ਹੈ ਕਿ ਸਤਿਗੁਰੂ, ਹਿੰਦੁਸਤਾਨ ਦੇ ਤਖਤ ਦੇ ਉੱਤੇ ਮੇਰਾ ਹੱਕ ਬਣਦਾ ਹੈ। ਮੈਂ ਭਰਾਵਾਂ ਦੇ ਵਿੱਚ ਵੱਡਾ ਹਾਂ, ਪਰ ਜਿਹੜੇ ਮੇਰੇ ਛੋਟੇ ਭਰਾ ਨੇ ਉਹ ਮੇਰੇ ਨਾਲ ਬੇਫਜ਼ੂਲ ਝਗੜਾ ਪਾ ਕੇ ਬੈਠ ਗਏ ਨੇ, ਮੇਰੇ ਨਾਲ ਲੜਾਈ ਝਗੜਾ ਕਰਦੇ ਨੇ ਤਖਤ ਵਾਸਤੇ। ਤੁਸੀਂ ਮੇਰੀ ਇਮਦਾਦ ਕਰੋ, ਮੇਰੀ ਮਦਦ ਕਰੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਫਿਰ ਆਪਣੇ ਸਿੰਘਾਂ ਨੂੰ ਭੇਜਿਆ ਭਾਈ ਦਇਆ ਸਿੰਘ ਜੀ ਦੀ ਕਮਾਂਡ ਦੇ ਹੇਠ। ਤਾਂ ਆਗਰੇ ਦੇ ਲਾਗੇ ਜੈਜੂ ਇੱਕ ਥਾਂ ਹੈ, ਉੱਥੇ ਜੰਗ ਹੋਈ ਬਹਾਦਰ ਸ਼ਾਹ ਦੀ ਆਪਣੇ ਭਰਾ ਦੇ ਨਾਲ, ਛੋਟੇ ਭਰਾ ਦੇ ਨਾਲ। ਉਸ ਜੰਗ ਦੇ ਵਿੱਚ ਸਾਧ ਸੰਗਤ ਜੀ ਫਿਰ ਭਾਈ ਦਇਆ ਸਿੰਘ ਜੀ ਦੇ ਨਾਲ ਜਿਹੜਾ ਜਥਾ ਗਿਆ ਸੀ ਨਾ, ਉਸ ਜਥੇ ਦੇ ਵਿੱਚੋਂ ਇੱਕ ਸਿੰਘ ਨੇ ਉਸ ਦੇ ਭਰਾ ਨੂੰ ਮਾਰਿਆ। ਤਾਂ ਬਹਾਦਰ ਸ਼ਾਹ ਦੀ ਉਸ ਜੰਗ ਦੇ ਵਿੱਚ ਜਿੱਤ ਹੋ ਗਈ, ਜੋ ਕਿ ਇੱਕ ਸਮੇਂ ਨਾਮੁਮਕਿਨ ਲੱਗ ਰਹੀ ਸੀ। ਪਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਹਾਦਰ ਸ਼ਾਹ ਹਿੰਦੁਸਤਾਨ ਦੇ ਤਖਤ ਦੇ ਉੱਤੇ ਬੈਠਾ। ਸਾਧ ਸੰਗਤ ਜੀ, ਗੁਰੂ ਦੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ। ਗੁਰੂ ਦੇ ਸਾਰਿਆਂ ਦਾ ਭਲਾ ਕਰਨ ਵਾਲਾ ਹੈ। ਸਤਿਗੁਰੂ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਤੇਰੇ ਹਿਰਦੇ ਦੇ ਵਿੱਚੋਂ ਹੰਕਾਰ ਨਿਕਲ ਗਿਆ, ਤੇਰੇ ਅੰਦਰੋਂ ਵੈਰ ਦੇ ਨਾਲ, ਦੁਸ਼ਮਣੀ ਦੇ ਨਾਲ ਤੇਰੇ ਅੰਦਰੋਂ ਈਰਖਾ ਵੀ, ਸਾੜਾ ਵੀ ਖਤਮ ਹੋ ਜਾਵੇਗਾ। ਤੇ ਜਦੋਂ ਇਹ ਔਗਣ ਤੇਰੇ ਅੰਦਰੋਂ ਖਤਮ ਹੋ ਗਏ ਤਾਂ ਫਿਰ ਤੇਰਾ ਹਿਰਦਾ ਸ਼ਾਂਤ ਹੋ ਜਾਵੇਗਾ, ਤੇਰਾ ਹਿਰਦਾ ਠੰਡਾ ਹੋ ਜਾਵੇਗਾ। ਆਠ ਪਹਿਰ ਪੂਜੋ ਗੁਰ ਪੈਰ। ਸਤਿਗੁਰੂ ਕਿਰਪਾ ਕਰਦੇ ਨੇ ਕਿ ਅੱਠੇ ਪਹਿਰ ਗੁਰੂ ਦਾ ਉਪਦੇਸ਼ ਕਮਾਇਆ ਕਰ। ਆਠ ਪਹਿਰ ਪੂਜੋ ਗੁਰ ਪੈਰ। ਪੈਰ ਦਾ ਅਰਥ ਹੈ ਕਿ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੈ। ਅੱਠੇ ਪਹਿਰ ਤੇ ਗੁਰੂ ਦਾ ਉਪਦੇਸ਼ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਦੱਸਦੇ ਨੇ ਵੀ ਗੁਰੂ ਦਾ ਉਪਦੇਸ਼ ਕੀ ਹੈ। ਸਤਿਗੁਰ ਫਰਮਾਉਂਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਤੇ ਆਵੇ। ਇਹ ਉਪਦੇਸ਼ ਹੈ ਗੁਰੂ ਦਾ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਉਪਦੇਸ਼ ਗੁਰੂ ਹਰ ਹਰ ਜਬ ਜਾਪੈ। ਗੁਰੂ ਦਾ ਉਪਦੇਸ਼ ਕਮਾਉਣਾ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਬਹਿੰਦਿਆਂ ਉੱਠਦਿਆਂ ਹਰ ਵੇਲੇ ਗੁਰੂ ਦੇ ਉਪਦੇਸ਼ ਨੂੰ, ਭਾਵ ਗੁਰਬਾਣੀ ਨੂੰ ਸਾਧ ਸੰਗਤ ਜੀ ਨਿਰੰਤਰ ਜਪਦੇ ਰਹਿਣਾ ਹੈ। ਪ੍ਰਭੂ ਦੇ ਸਿਮਰਨ ਦਾ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਕੋਈ ਖਾਸ ਵੇਲਾ ਨਹੀਂ ਹੈ, ਕਿਸੇ ਵੇਲੇ ਵੀ ਪ੍ਰਭੂ ਦਾ ਸਿਮਰਨ ਕਰੋ, ਕੋਈ ਬੰਦਿਸ਼ ਨਹੀਂ ਹੈ। ਸਤਿਗੁਰਾਂ ਨੇ ਸਾਧ ਸੰਗਤ ਜੀ ਸਾਨੂੰ ਇਹਨਾਂ ਬੰਦਿਸ਼ਾਂ ਦੇ ਵਿੱਚੋਂ ਕੱਢਿਆ ਹੈ। ਹਰ ਸਿਮਰਨ ਕੀ ਸਗਲੀ ਬੇਲਾ। ਸਤਿਗੁਰ ਫਰਮਾਉਂਦੇ ਨੇ ਵੀ ਕਿਸੇ ਵੇਲੇ ਵੀ ਭਾਈ, ਹਰ ਇੱਕ ਵੇਲਾ ਹੈ ਪ੍ਰਭੂ ਦਾ ਸਿਮਰਨ ਕਰਨ ਦਾ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇਕਰ ਅਸੀਂ ਵੇਲਾ ਵਕਤ ਵਿਚਾਰਦੇ ਰਵਾਂਗੇ ਨਾ ਵੀ ਕਿਹੜੇ ਵੇਲੇ ਭਗਤੀ ਕਰੀਏ, ਤਾਂ ਸਤਿਗੁਰ ਫਰਮਾਉਂਦੇ ਨੇ ਕਿ ਕਿਤ ਵੇਲਾ ਭਗਤ ਹੋਏ,
ਫਿਰ ਭਾਈ ਕਿਹੜੇ ਵੇਲੇ ਭਗਤੀ ਕਰੇਂਗਾ ਤੂੰ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਭ ਆਵੇ ਕੇ ਨਾ ਆਵੇ ਰਾਮ। ਸਤਿਗੁਰੂ ਤੇ ਕਿਰਪਾ ਕਰਦੇ ਨੇ ਕਿ ਭਾਈ ਹਰੀ ਨੂੰ ਜਪਦਿਆਂ ਇੱਕ ਖਿਨ ਦੀ ਵੀ ਦੇਰੀ ਨਾ ਕਰ। ਜਿੱਥੇ ਵੀ ਤੈਨੂੰ ਸਵਾਸ ਆ ਰਿਹਾ ਨਾ, ਉੱਥੇ ਤੂੰ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ। ਹਰ ਜਪਦਿਆਂ ਖਿਨ ਭਾਵ ਕੇ ਇੱਕ ਛਿਨ ਦੀ ਵੀ ਦੇਰੀ ਨਾ ਕਰ। ਮਤ ਕੇ ਜਾਪੇ ਸਭ ਆਵੇ ਕਿ ਨਾ ਆਵੇ ਰਾਮ। ਕੀ ਪਤਾ ਤੈਨੂੰ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਇਹ ਜੋ ਤੈਨੂੰ ਸਵਾਸ ਮਿਲੇ ਨੇ ਨਾ, ਇਹ ਸਵਾਸ ਤੈਨੂੰ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਮਿਲੇ ਨੇ। ਪਰ ਉਹ ਪ੍ਰਭੂ ਜੋ ਸਾਡੀ ਮਾਂ ਦੇ ਗਰਭ ਦੇ ਵਿੱਚ ਵੀ ਰੱਖਿਆ ਕਰਦਾ ਹੈ। ਸਤਿਗੁਰ ਫਰਮਾਉਂਦੇ ਨੇ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਹੇ ਭਾਈ, ਪ੍ਰਭੂ ਤੇਰੀ ਮਾਂ ਦੇ ਗਰਭ ਦੇ ਵਿੱਚ ਵੀ ਰੱਖਿਆ ਕਰਦਾ ਹੈ, ਪਰ ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਸਾਨੂੰ ਤੇ ਸਾਧ ਸੰਗਤ ਜੀ ਸਤਿਗੁਰਾਂ ਨੇ ਬੜਾ ਹੀ ਸੁੰਦਰ ਉਪਦੇਸ਼ ਸਾਨੂੰ ਸਿੱਖਾਂ ਨੂੰ ਬਖਸ਼ਿਆ ਹੈ। ਸਤਿਗੁਰੂ ਫਰਮਾਉਂਦੇ ਹਨ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੇ ਭਾਈ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਤੁਸੀਂ ਮੁਕਤੀ ਪ੍ਰਾਪਤ ਕਰ ਸਕਦੇ ਹੋ ਪ੍ਰਭੂ ਦਾ ਸਿਮਰਨ ਕਰਕੇ। ਸਾਡੀਆਂ ਸਾਰੀਆਂ ਬੰਦਿਸ਼ਾਂ ਸਤਿਗੁਰਾਂ ਨੇ ਖਤਮ ਕਰ ਦਿੱਤੀਆਂ ਹਨ। ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਬੜੀਆਂ ਬੰਦਿਸ਼ਾਂ ਸਨ, ਅੱਜ ਵੀ ਕਈ ਜਿਹੜੇ ਆਪਣੇ ਆਪ ਨੂੰ ਧਰਮ ਦੇ ਜ਼ਿੰਮੇਵਾਰ, ਧਰਮ ਦੇ ਰਾਖੇ ਸਮਝਦੇ ਹਨ, ਆਪਣੇ ਵੱਲੋਂ ਬੰਦਿਸ਼ਾਂ ਪਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਭਾਈ ਫਲਾਣੇ ਕਮਰੇ ਦੇ ਵਿੱਚ ਬੈਠ ਕੇ ਉਸ ਥਾਂ 'ਤੇ ਹੀ ਤੁਸੀਂ ਨਿਤਨੇਮ ਕਰੋ, ਤੁਸੀਂ ਚਿੱਟੇ ਕੱਪੜੇ ਪਾ ਕੇ ਨਿਤਨੇਮ ਕਰੋ। ਪਰ ਸਤਿਗੁਰੂ ਫਰਮਾਉਂਦੇ ਨੇ ਕਿ ਕੋਈ ਕਿਰਤ ਵੀ ਪ੍ਰਭੂ ਦੀ ਭਗਤੀ ਦੇ ਵਿੱਚ ਰੁਕਾਵਟ ਨਹੀਂ ਬਣ ਸਕਦੀ। ਭਾਵੇਂ ਕੋਈ ਵਪਾਰੀ ਹੈ ਦੁਕਾਨ 'ਤੇ ਬੈਠ ਕੇ, ਭਾਵੇਂ ਕੋਈ ਫੌਜੀ ਹੈ ਆਰਮੀ ਦੇ ਵਿੱਚ ਹੈ, ਡਿਫੈਂਸ ਦੇ ਵਿੱਚ ਹੈ, ਉਹ ਬਾਰਡਰ 'ਤੇ ਖਲੋ ਕੇ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਭਾਵੇਂ ਕੋਈ ਕਿਰਤ ਕਰਦਾ ਹੈ, ਕੰਮ ਕਰਦਾ ਹੈ, ਸਾਧ ਸੰਗਤ ਜੀ ਉਹ ਕਿਰਤ ਵਿਹਾਰ ਕਰਦਿਆਂ ਪ੍ਰਭੂ ਦਾ ਸਿਮਰਨ ਕਰ ਸਕਦਾ ਹੈ। ਇਸ ਪ੍ਰਕਾਰ ਦੀਆਂ ਬੰਦਿਸ਼ਾਂ ਜਿਹੜੀਆਂ ਨੇ ਜੋ ਪ੍ਰਭੂ ਦੇ ਸਿਮਰਨ ਕਰਨ ਦੇ ਵਿੱਚ ਰੁਕਾਵਟ ਬਣਦੀਆਂ ਨੇ, ਸਤਿਗੁਰਾਂ ਨੇ ਸਾਨੂੰ ਇਹਨਾਂ ਸਾਰੀਆਂ ਬੰਦਿਸ਼ਾਂ 'ਚੋਂ ਮੁਕਤ ਕਰ ਦਿੱਤਾ ਹੈ। ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹੇ ਭਾਈ, ਤੂੰ ਆਪਣੇ ਕਾਰ ਵਿਹਾਰ ਕਰਦਿਆਂ ਪਰਿਵਾਰ ਦੇ ਵਿੱਚ ਰਹਿ ਕੇ ਦਸਾਂ ਨੌਆਂ ਦੀ ਕਿਰਤ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ, ਵਿਕਾਰਾਂ ਤੋਂ ਵੀ ਔਰ ਜਨਮ ਮਰਨ ਦੇ ਗੇੜ 'ਚੋਂ ਵੀ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਕਿਤਨਾ ਸੁੰਦਰ ਉਪਦੇਸ਼ ਬਖਸ਼ਿਆ ਸਤਿਗੁਰਾਂ ਨੇ ਸਾਨੂੰ। ਸਤਿਗੁਰੂ ਕਿਰਪਾ ਕਰਦੇ ਨੇ ਕਿ ਉਦਮ ਵੀ ਕਰ, ਮਿਹਨਤ ਵੀ ਕਰ। ਇਹ ਨਹੀਂ ਵੀ ਤੂੰ ਵਿਹਲਾ ਬੈਠਾ ਰਵੇਂ, ਇਹ ਨਹੀਂ ਵੀ ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਤੇ ਭਗਤੀ ਕਰਨ ਵਾਸਤੇ ਆਪਣੇ ਘਰੋਂ ਨਿਕਲ ਜਾਵੇਂ, ਬਾਹਰ ਤੁਰਿਆ ਫਿਰੇ। ਆਪਣੇ ਮਾਤਾ ਪਿਤਾ ਦੇ ਪ੍ਰਤੀ, ਆਪਣੀ ਪਤਨੀ ਬੱਚਿਆਂ ਦੇ ਪ੍ਰਤੀ, ਸਮਾਜ ਦੇ ਪ੍ਰਤੀ ਵੀ ਤੇਰੇ ਫਰਜ਼ ਨੇ। ਤੂੰ ਉਦਮ ਕਰ, ਕਮਾਈ ਕਰ, ਦਸਾਂ ਨੌਆਂ ਦੀ ਕਿਰਤ ਕਰ, ਔਰ ਆਪਣੀ ਦਸਾਂ ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਗਰੀਬਾਂ ਵਾਸਤੇ, ਲੋੜਵੰਦਾਂ ਵਾਸਤੇ ਤੂੰ ਦਸਵੰਧ ਕੱਢ, ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ। ਇਸ ਕਰਕੇ ਸਭ ਤੋਂ ਪਹਿਲਾ ਕੰਮ ਜਿਹੜਾ ਸਤਿਗੁਰੂ ਜੀ ਨੇ ਸਭ ਤੋਂ ਪਹਿਲਾ ਉਪਦੇਸ਼ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਨਾ, ਉਹ ਹੈ ਵੀ ਭਾਈ ਤੂੰ ਉਦਮ ਕਰ। ਪਹਿਲਾ ਕੰਮ ਹੈ ਉਦਮ ਕਰਨਾ, ਮਿਹਨਤ ਕਰਨੀ, ਦਸਾਂ ਨੌਆਂ ਦੀ ਕਿਰਤ ਕਮਾਈ ਕਰਨੀ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪਹੁੰਚ, ਕਮਾਈ ਕਰ। ਫਿਰ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਫਿਰ ਸਤਿਗੁਰ ਫਰਮਾਉਂਦੇ ਨੇ ਕਿ ਪ੍ਰਭੂ ਦਾ ਸਿਮਰਨ ਵੀ ਕਰ। ਤੇ ਇਸ ਤਰ੍ਹਾਂ ਫਿਰ ਨਾਨਕ ਉਤਰੀ ਚਿੰਤ, ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾ ਰਹੇ ਹਨ
ਅਬ ਮਤ ਬਿਨਸੀ ਦੁਸ਼ਟ ਬਿਗਾਨੀ, ਜਬ ਤੇ ਸੁਣਿਆ ਹਰ ਜਸ ਕਾਨੀ। ਰਹਾਉ ਵਾਲੇ ਪਦੇ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਦੋਂ ਦਾ ਮੈਂ ਹਰੀ ਦਾ ਜਸ ਸੁਣਿਆ ਹੈ, ਜਦੋਂ ਦੀ ਮੈਂ ਪ੍ਰਭੂ ਦੀ ਭਜਨ ਬੰਦਗੀ ਕਰਨੀ ਸ਼ੁਰੂ ਕੀਤੀ ਹੈ, ਅਬ ਮਤ ਬਿਨਸੀ ਦੁਸ਼ਟ ਬਿਗਾਨੀ, ਉਦੋਂ ਦੀ ਮੇਰੇ ਅੰਦਰੋਂ ਭੈੜੀ ਮੱਤ ਜਿਹੜੀ ਦੁਸ਼ਟ ਮੱਤ ਸੀ ਨਾ, ਉਹ ਖਤਮ ਹੋ ਗਈ ਹੈ। ਹੁਣ ਮੇਰੇ ਹਿਰਦੇ ਦੇ ਵਿੱਚੋਂ ਇਹ ਬੁਰੇ ਜਿਹੜੇ ਭੈੜੇ ਖਿਆਲ ਸੀ ਨਾ, ਹਮੇਸ਼ਾ ਵਾਸਤੇ ਮੁੱਕ ਗਏ ਹਨ। ਸਹਿਜ ਸੂਖ ਆਨੰਦ ਨਿਧਾਨ। ਸਤਿਗੁਰੂ ਕਿਰਪਾ ਕਰਦੇ ਹਨ ਕਿ ਆਤਮਕ ਅਡੋਲਤਾ, ਮਨ ਅਡੋਲ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਇਸ ਨੂੰ ਆਤਮਕ ਅਡੋਲਤਾ ਕਹਿੰਦੇ ਨੇ। ਸਹਿਜ ਅਵਸਥਾ ਨੂੰ ਸਹਿਜ ਪ੍ਰਾਪਤ ਹੋ ਜਾਂਦਾ ਹੈ, ਮਨ ਖਲੋ ਜਾਂਦਾ ਹੈ, ਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਂਦਾ ਹੈ। ਇਹ ਆਤਮਕ ਅਡੋਲਤਾ ਹੈ। ਸਤਿਗੁਰੂ ਕਹਿ ਰਹੇ ਹਨ ਕਿ ਸਹਿਜ ਸੁਖ ਆਨੰਦ ਨਿਧਾਨ। ਆਤਮਕ ਅਡੋਲਤਾ, ਆਤਮਕ ਸੁਖ, ਆਨੰਦ ਇਹ ਪ੍ਰਾਪਤ ਹੋ ਜਾਂਦੇ ਹਨ। ਰਾਖਨਹਾਰ ਰਖ ਲੈ ਨਿਧਾਨ। ਔਰ ਰੱਖਣਹਾਰ ਪ੍ਰਭੂ ਜੋ ਹਰ ਇੱਕ ਥਾਂ 'ਤੇ ਸਾਡੀ ਰੱਖਿਆ ਕਰਦਾ ਹੈ, ਉਹ ਪ੍ਰਭੂ ਫਿਰ ਗੁਰਮੁਖਾਂ ਦੀ ਰੱਖਿਆ ਕਰਦਾ ਹੈ, ਗੁਰਮੁਖਾਂ ਦਾ ਸਹਾਈ ਹੁੰਦਾ ਹੈ। ਜਿਹੜੇ ਆਤਮਕ ਅਡੋਲਤਾ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ, ਜਿਨ੍ਹਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਨਾ ਸਾਧ ਸੰਗਤ ਜੀ, ਉਹਨਾਂ ਦੀ ਰੱਖਿਆ ਫਿਰ ਪ੍ਰਭੂ ਆਪ ਕਰਦਾ ਹੈ, ਫਿਰ ਉਹ ਡੋਲਦੇ ਨਹੀਂ ਹਨ। ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬੰਦ ਕੱਟਿਆ ਜਾ ਰਿਹਾ ਹੈ, ਔਰ 90 ਸਾਲ ਦੇ ਕਰੀਬ ਭਾਈ ਮਨੀ ਸਿੰਘ ਜੀ ਦੀ ਉਮਰ, ਪਰ ਉਹਨਾਂ ਦਾ ਮਨ ਡੋਲਿਆ ਨਹੀਂ, ਉਹ ਘਬਰਾਏ ਨਹੀਂ, ਕਿਉਂਕਿ ਉਹਨਾਂ ਦਾ ਰੱਖਣਹਾਰ, ਉਹਨਾਂ ਦੀ ਰੱਖਿਆ ਕਰਨ ਵਾਲਾ ਪ੍ਰਭੂ ਹੈ। ਉਹਨਾਂ ਦਾ ਮਨ ਅਡੋਲ ਹੈ, ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੈ। ਦੁੱਖ ਦਰਦ ਬਿਨਸੇ ਪੈ ਭਰਮ। ਦੁੱਖ ਦਰਦ ਸਾਧ ਸੰਗਤ ਜੀ, ਭੈ ਜਿਹੜਾ ਹੈ, ਡਰ, ਇਹ ਸਭ ਬਿਨਸ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦਾ ਸਿਮਰਨ ਕਰਕੇ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਉਹਨਾਂ ਦੇ ਭੈ ਮੁੱਕ ਜਾਂਦੇ ਹਨ। ਅਸੀਂ ਪੜ੍ਹਦੇ ਹਾਂ ਨਾ ਸੁਖਮਨੀ ਸਾਹਿਬ ਦੇ ਵਿੱਚ, ਸਤਿਗੁਰ ਫਰਮਾਉਂਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਪਰਮਾਤਮਾ ਦਾ ਨਾਮ ਜਪਿਆ ਸਾਰੇ ਭੈ ਮੁੱਕ ਜਾਂਦੇ ਹਨ। ਆਵਣ ਜਾਣ ਰੱਖੇ ਕਰ ਕਰਮ। ਆਉਣ ਜਾਣ ਦਾ ਜਿਹੜਾ ਗੇੜ ਹੈ ਨਾ, ਇਹ ਵੀ ਗੁਰਮੁਖਾਂ ਦਾ ਮੁੱਕ ਜਾਂਦਾ ਹੈ। ਉਹ ਆਵਾਗਮਨ ਦੇ ਚੱਕਰ ਦੇ ਵਿੱਚੋਂ ਨਿਕਲ ਜਾਂਦੇ ਹਨ। ਪੇਖੈ ਬੋਲੇ ਸੁਣੇ ਸਭ ਆਪ। ਉਹ ਪ੍ਰਭੂ ਸਾਧ ਸੰਗਤ ਜੀ ਸਾਡੇ ਵਿੱਚੋਂ, ਸਾਰੇ ਜੀਵਾਂ ਦੇ ਵਿੱਚੋਂ ਆਪ ਹੀ ਵੇਖ ਰਿਹਾ, ਆਪ ਹੀ ਬੋਲ ਰਿਹਾ। ਸਤਿਗੁਰ ਕਿਰਪਾ ਕਰਦੇ ਨੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਦੇ ਵਿੱਚ ਤੇ ਭਾਈ ਰਾਮ ਬੋਲ ਰਿਹਾ, ਪ੍ਰਭੂ ਬੋਲ ਰਿਹਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਫਰਮਾ ਰਹੇ ਹਨ ਤੀਸਰੇ ਪਦੇ ਵਿੱਚ ਕਿ ਪੇਖੇ ਬੋਲੇ ਸੁਣੇ ਸਭ ਆਪ। ਪ੍ਰਭੂ ਆਪ ਹੀ ਵੇਖਦਾ ਹੈ, ਸਾਰਿਆਂ ਦੇ ਵਿੱਚ ਆਪ ਹੀ ਬੋਲ ਰਿਹਾ ਹੈ। ਸਦਾ ਸੰਗ ਤਾਕੋ ਮਨ ਜਾਪ। ਸਦਾ ਹੀ ਸਾਡੇ ਸੰਗ ਹੈ, ਸਦਾ ਸਾਡੇ ਨਾਲ ਹੈ। ਇਸ ਕਰਕੇ ਉਸ ਪ੍ਰਭੂ ਦਾ ਨਾਮ ਜਪਿਆ ਕਰ, ਉਸ ਪ੍ਰਭੂ ਦਾ ਜਾਪ ਕਰਿਆ ਕਰ ਜਿਹੜਾ ਸਾਡੇ ਹਮੇਸ਼ਾ ਨਾਲ ਹੈ। ਸੰਤ ਪ੍ਰਸਾਦ ਭਇਓ ਪ੍ਰਗਾਸ। ਸਾਧ ਸੰਗਤ ਜੀ, ਪ੍ਰਭੂ ਦਾ ਸਿਮਰਨ ਕਰਕੇ ਪਾਪੀ ਜਿਹੜੇ ਨੇ ਉਹ ਵੀ ਪਵਿੱਤਰ ਜੀਵਨ ਵਾਲੇ ਬਣ ਗਏ। ਔਰ ਉਹਨਾਂ ਪਾਪੀਆਂ ਦੀ ਉਦਾਹਰਣ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਦਿੱਤੀ ਹੈ। ਗਨਕਾ ਜਿਹੜੀ ਇੱਕ ਵੇਸ਼ਵਾ ਸੀ, ਜੋ ਪ੍ਰਭੂ ਦਾ ਸਿਮਰਨ ਕਰਕੇ ਆਪਣੇ ਪਾਪਾਂ ਤੋਂ ਮੁਕਤ ਹੋ ਗਈ। ਭਾਈ ਗੁਰਦਾਸ ਜੀ ਨੇ ਗਨਕਾ ਦੀ ਉਦਾਹਰਣ ਦਿੱਤੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੁਗਤ ਪਾਈ। ਸਤਿਗੁਰ ਫਰਮਾਉਂਦੇ ਨੇ ਕਿ ਭਾਈ ਗਨਕਾ ਪਾਰ ਹੋ ਗਈ,
ਅਜਾਮਲ ਪਾਰ ਹੋ ਗਿਆ। ਭਾਈ ਗੁਰਦਾਸ ਜੀ ਨੇ ਸਾਨੂੰ ਥੋੜ੍ਹਾ ਵਿਸਤਾਰ ਦੇ ਵਿੱਚ ਦੱਸਿਆ ਹੈ ਗਨਕਾ ਦੇ ਪ੍ਰਤੀ ਕਿ ਗਨਕਾ ਕੌਣ ਸੀ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਗਨਕਾ ਵੇਸ਼ਵਾ, ਇਸ ਦਾ ਨਾਮ ਸੀ ਚੰਦਰਮੁਖੀ, ਔਰ ਇਹ ਪਾਪਾਂ ਦਾ ਹਾਰ ਇਸ ਨੇ ਆਪਣੇ ਗਲ ਦੇ ਵਿੱਚ ਪਰੋ ਲਿਆ। ਭਾਵ ਕੇ ਪਾਪ ਕਰਦੀ ਸੀ, ਦੁਸ਼ਕਰਮ ਕਰਦੀ ਸੀ, ਭੈੜੇ ਕਰਮ ਕਰਦੀ ਸੀ, ਕਾਮ ਦੇ ਵਿੱਚ ਫਸ ਗਈ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਇੱਕ ਦਿਨ ਸਾਧ ਸੰਗਤ ਜੀ ਬੜਾ ਭਾਰੀ ਮੀਂਹ ਪੈ ਰਿਹਾ ਸੀ, ਤਾਂ ਇੱਕ ਕੋਈ ਮਹਾਂਪੁਰਸ਼ ਜਿਨ੍ਹਾਂ ਦੇ ਕੋਲ ਤੋਤਾ ਸੀ, ਤੋਤਾ ਵੀ ਰਾਮ ਰਾਮ ਜਪਦਾ ਸੀ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹ ਵੀ ਰਾਮ ਰਾਮ ਜਪਣ ਲੱਗ ਪਿਆ। ਉਹ ਮਹਾਂਪੁਰਸ਼ ਮੀਂਹ ਤੋਂ ਬਚਦੇ ਬਚਦੇ ਸ਼ਹਿਰ ਦੇ ਵਿੱਚ ਆਏ। ਸਾਰਿਆਂ ਦੇ ਦਰਵਾਜ਼ੇ ਬੰਦ ਸਨ, ਤਾਂ ਗਨਕਾ ਦੇ ਵਿਹੜੇ ਦੇ ਵਿੱਚ ਆ ਕੇ ਖਲੋ ਗਏ ਮੀਂਹ ਤੋਂ ਬਚਣ ਵਾਸਤੇ। ਉਹਨਾਂ ਦੇ ਲਿਬਾਸ ਤੋਂ ਗਨਕਾ ਨੇ ਅੰਦਾਜ਼ਾ ਲਾ ਲਿਆ ਵੀ ਇਹ ਕੋਈ ਸੰਤ ਮਹਾਂਪੁਰਸ਼ ਹਨ। ਗਨਕਾ ਨੇ ਉਹਨਾਂ ਦੀ ਸੇਵਾ ਕੀਤੀ। ਭਾਈ ਸਾਹਿਬ ਜੀ ਫਰਮਾਉਂਦੇ ਨੇ, ਮਹਾਂਪੁਰਖ ਚਾਣ ਚੱਕ ਗਨਕਾ ਵਾੜੇ ਆਏ ਖਲੋਤਾ। ਰੋਟੀ ਪਾਣੀ ਪ੍ਰਸ਼ਾਦਾ ਪਾਣੀ ਦਿੱਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਮਹਾਂਪੁਰਸ਼ਾਂ ਨੇ ਸੇਵਾ ਦੇ ਉੱਤੇ ਪ੍ਰਸੰਨ ਹੋ ਕੇ ਗਨਕਾ ਦੀ ਉਸ ਨੂੰ ਤੋਤਾ ਦਿੱਤਾ ਜੋ ਰਾਮ ਰਾਮ ਜਪਦਾ ਸੀ। ਔਰ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਸੂਆ ਪੜਾਵਤ ਗਨਕਾ ਤਰੀ ਸੋਹਰ ਨੈਨੋ ਕੀ ਪੂਤਰੀ। ਸੂਆ ਦਾ ਅਰਥ ਹੈ ਤੋਤਾ। ਤੋਤੇ ਨੂੰ ਰਾਮ ਰਾਮ ਪੜ੍ਹਾਉਂਦਿਆਂ ਗਨਕਾ ਵੀ ਪਰਮਾਤਮਾ ਦੀ ਅੱਖਾਂ ਦੀ ਪੁਤਲੀ ਬਣ ਗਈ। ਸੋਹਰ ਨੈਨੋ ਕੀ ਪੂਤਰੀ ਸੂਆ ਪੜਾਵਤ ਗਨਕਾ ਤਰੀ। ਸੂਆ ਭਾਵ ਤੋਤੇ ਨੂੰ ਪੜ੍ਹਾਉਂਦਿਆਂ ਗਨਕਾ ਵੀ ਤਰ ਗਈ ਔਰ ਪ੍ਰਭੂ ਦੀ ਪਿਆਰੀ ਬਣ ਗਈ। ਫਿਰ ਸਤਿਗੁਰ ਫਰਮਾਉਂਦੇ ਨੇ, ਗਨਕਾ ਉਦਰੀ ਹਰ ਕੈ ਤੋਤ। ਤੋਤ ਦਾ ਅਰਥ ਹੈ ਤੋਤਾ। ਗਨਕਾ ਉਧਰ ਗਈ, ਪਾਰ ਹੋ ਗਈ, ਤੋਤੇ ਦੇ ਨਾਲ ਰਾਮ ਰਾਮ ਜਪਦੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ। ਉਸ ਦੀ ਦੁਰਮਤ, ਉਸ ਦੀ ਭੈੜੀ ਮਤ ਵੇਖ ਕੇ ਨਾ ਸੰਤਾਂ ਨੇ ਵੀ ਇਸ ਦਾ ਪਾਰ ਉਤਾਰਾ ਹੋ ਜਾਵੇ, ਪਾਪਾਂ ਤੋਂ ਛੁਟਕਾਰਾ ਹੋ ਜਾਵੇ, ਮੁਕਤ ਹੋ ਜੇ, ਉਸ ਨੂੰ ਆਪਣਾ ਤੋਤਾ ਦੇ ਦਿੱਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਉਸ ਨੂੰ ਫਿਰ ਰਾਮ ਨਾਮ ਦਾ, ਪ੍ਰਭੂ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਔਰ ਇਹ ਨਫੇ ਦਾ ਸੌਦਾ ਦੱਸ ਕੇ, ਫਾਇਦੇ ਦਾ ਸੌਦਾ ਦੱਸ ਕੇ, ਜਿਸ ਦੇ ਵਿੱਚ ਕਦੀ ਘਾਟਾ ਨਹੀਂ ਹੁੰਦਾ। ਦੁਨਿਆਵੀ ਸੌਦਿਆਂ ਦੇ ਵਿੱਚ ਸਾਧ ਸੰਗਤ ਜੀ ਕਿਤੇ ਵੀ ਘਾਟਾ ਹੋ ਜਾਂਦਾ ਹੈ, ਕਦੀ ਵੀ ਹੋ ਜਾਂਦਾ ਹੈ, ਕਦੀ ਵੀ ਦਿਵਾਲਾ ਨਿਕਲ ਜਾਂਦਾ ਹੈ, ਪਰ ਪ੍ਰਭੂ ਦੇ ਨਾਮ ਦੇ ਸੌਦੇ ਦੇ ਵਿੱਚ ਕਦੀ ਘਾਟਾ ਨਹੀਂ ਹੁੰਦਾ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਜਪਾਇਆ ਹੈ, ਉਹ ਸਾਧ ਸੰਗਤ ਜੀ ਲੋਕ ਪਰਲੋਕ ਦੇ ਵਿੱਚ ਸੁਰਖਰੂ ਹੋ ਕੇ ਜਾਂਦੇ ਨੇ। ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਲਿਵ ਲਾਗੀ ਤਿਸ ਦੋਤਿਓਂ ਨਿਤ ਪੜ੍ਹਾਏ ਕਰੇ ਅਸੋਤਾ। ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਤੋਤੇ ਦੇ ਨਾਲ ਰਾਮ ਰਾਮ ਜਪਦਿਆਂ ਲਿਵ ਲਾਗੀ ਤਿਸ ਤੋਤਿਓਂ, ਗਨਕਾ ਦੀ ਵੀ ਪ੍ਰਭੂ ਦੇ ਚਰਨਾਂ ਦੇ ਨਾਲ ਲਿਵ ਲੱਗ ਗਈ। ਪਹਿਲਾਂ ਤੇ ਜਗਰਾਤੇ ਕਰਦੀ ਸੀ, ਰਾਤ ਨੂੰ ਜਾਗਦੀ ਸੀ, ਜਗਰਾਤੇ ਕਰਦੀ ਸੀ ਭੈੜੇ ਕਰਮਾਂ ਨੂੰ, ਮਾੜੇ ਕਰਮਾਂ ਨੂੰ, ਪਾਪਾਂ ਨੂੰ। ਪਰ ਹੁਣ ਪ੍ਰਭੂ ਦੇ ਨਾਮ ਦੇ ਜਗਰਾਤੇ ਕਰਨ ਲੱਗ ਪਈ। ਹੁਣ ਪ੍ਰਭੂ ਦਾ ਨਾਮ ਜਪਣ ਲੱਗ ਪਈ। ਸਾਰੀ ਰਾਤ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਪਤਿਤ ਉਦਾਹਰਣ ਰਾਮ ਨਾਮ ਦੁਰਮਦ ਪਾਪ ਕਲੇਵਰ ਧੋਤਾ। ਪ੍ਰਭੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪ੍ਰਭੂ ਦਾ ਨਾਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਤੋਂ ਛੁਟਕਾਰਾ ਕਰਨ ਵਾਲਾ ਹੈ। ਅੰਤ ਕਾਲ ਜਮਜਾਲ ਤੋੜ ਨਰਕੈ ਵਿੱਚ ਨਾ ਖਾਧੋ ਸਗੋਤਾ। ਅੰਤ ਕਾਲ ਸਾਧ ਸੰਗਤ ਜੀ ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਜਮਾਂ ਦਾ ਜਾਲ ਤੋੜ ਦਿੱਤਾ ਗਨਕਾ ਨੇ। ਜਮਾਂ ਦੇ ਜਾਲ ਦੇ ਵਿੱਚ ਨਹੀਂ ਫਸੀ। ਅੰਤ ਕਾਲ ਜਮਜਾਲ ਤੋੜ ਨਰਕੈ ਵਿੱਚ ਨਾ ਖਾਧੋ ਸਗੋਤਾ। ਉਸ ਨੂੰ ਗੋਤੇ ਨਹੀਂ ਖਾਣੇ ਪਏ ਨਰਕਾਂ ਦੇ ਸਮੁੰਦਰ ਦੇ ਵਿੱਚ। ਪਾਰ ਹੋ ਗਈ, ਤਰ ਗਈ। ਗਈ ਬੈਕੁੰਠ ਵਿਭਾਣ ਚੜ੍ਹ ਥਾਉ ਨਥਾਵੇਂ ਮਾਣ ਮਣੋਤਾ। ਵਿਭਾਣ ਦੇ ਉੱਤੇ ਚੜ੍ਹ ਕੇ ਸੱਚਖੰਡ ਨੂੰ ਗਈ, ਬੈਕੁੰਠ ਨੂੰ ਗਈ, ਸੱਚਖੰਡ ਨੂੰ।
ਬਿਬਾਨ ਦੇ ਉੱਤੇ ਚੜ੍ਹ ਕੇ ਥਾਉਂ ਥਾਵੇਂ ਮਾਣ ਮਨੋਤਾ, ਕਿਉਂਕਿ ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਪ੍ਰਭੂ ਦਾ ਨਾਮ ਨਥਾਵਿਆਂ ਨੂੰ ਥਾਂ ਦੇਣ ਵਾਲਾ ਹੈ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੀ ਵਡਿਆਈ ਹੈ। ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਬਨਾਰਸ ਦੇ ਵਿੱਚ ਕਬੀਰ ਸਾਹਿਬ ਬਨਾਰਸ ਦੇ ਰਹਿਣ ਵਾਲੇ ਸਨ, ਔਰ ਬਨਾਰਸ ਦੇ ਵਿੱਚ ਹੀ ਭਗਤ ਰਾਮਾਨੰਦ ਜੀ ਰਹਿੰਦੇ ਸਨ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ। ਭਗਤ ਰਾਮਾਨੰਦ ਜੀ ਬ੍ਰਾਹਮਣ ਸਨ, ਔਰ ਕਬੀਰ ਸਾਹਿਬ ਜੀ ਨੂੰ ਲੋਕ ਨੀਵੀਂ ਜਾਤ ਵਾਲਾ ਸਮਝਦੇ ਸਨ, ਪਰ ਸਾਧ ਸੰਗਤ ਜੀ ਗੁਰਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ। ਸਤਿਗੁਰੂ ਦੇ ਫਰਮਾਉਂਦੇ ਨੇ ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਖਸਮ ਵਿਸਾਰੈ ਤੇ ਕਮਜਾਤ, ਭੈੜੀ ਜਾਤ ਵਾਲਾ ਕੌਣ ਹੈ? ਕਮਜਾਤ ਕੌਣ ਹੈ? ਕਮਜਾਤ ਭੈੜੀ ਜਾਤ ਵਾਲਾ ਉਹ ਹੈ ਜਿਸ ਨੇ ਖਸਮ ਨੂੰ ਵਿਸਾਰ ਦਿੱਤਾ ਹੈ, ਜਿਸ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ। ਕਬੀਰ ਸਾਹਿਬ ਜੀ ਵੀ ਬਨਾਰਸ ਦੇ ਵਿੱਚ ਰਹਿੰਦੇ ਸਨ। ਕਬੀਰ ਸਾਹਿਬ ਜੀ ਪੂਰਨ ਗੁਰੂ ਨੂੰ ਧਾਰਨ ਕਰਨਾ ਚਾਹੁੰਦੇ ਸਨ, ਪਰ ਪੂਰਾ ਗੁਰੂ ਇਹਨਾਂ ਨੂੰ ਲੱਭ ਨਹੀਂ ਸੀ ਰਿਹਾ। ਫਿਰ ਕਿਸੇ ਨੇ ਦੱਸਿਆ ਕਿ ਭਗਤ ਰਾਮਾਨੰਦ ਜੀ ਹਨ ਜੋ ਪੂਰਨ ਗੁਰੂ ਹਨ, ਪਰ ਕਬੀਰ ਸਾਹਿਬ ਸੋਚਦੇ ਸਨ ਕਿ ਭਗਤ ਰਾਮਾਨੰਦ ਜੀ ਉੱਚੀ ਜਾਤ ਦੇ ਨੇ, ਪਤਾ ਨਹੀਂ ਮੈਨੂੰ ਆਪਣਾ ਚੇਲਾ ਬਣਾਉਣ ਕਿ ਨਾ ਬਣਾਉਣ। ਭਗਤ ਰਾਮਾਨੰਦ ਜੀ ਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਬਦ ਹੈ, ਕਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿਤਨਾ ਚਲੇ ਮਨ ਭਇਓ ਭੰਗ। ਇਹ ਪਾਵਨ ਸ਼ਬਦ ਹੈ ਭਗਤ ਰਾਮਾਨੰਦ ਜੀ ਦਾ। ਤਾਂ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਭਗਤ ਰਾਮਾਨੰਦ ਜੀ ਮਾਇਆ ਤੋਂ ਉਦਾਸ ਨੇ, ਮਾਇਆ ਤੋਂ ਨਿਰਲੇਪ ਨੇ, ਬਨਾਰਸ ਦੇ ਵਿੱਚ ਰਹਿੰਦੇ ਨੇ, ਬੜਾ ਸਤਿਕਾਰ ਇਹਨਾਂ ਦਾ ਬਨਾਰਸ ਦੇ ਵਿੱਚ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, ਨਿੱਤ ਅੰਮ੍ਰਿਤ ਵੇਲੇ ਉੱਠ ਕੇ ਰਾਮਾਨੰਦ ਜੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਨੇ। ਅੱਗੋਂ ਹੀ ਦੇ ਜਾਏ ਕਹਿ ਲੰਮਾ ਪਿਆ ਕਬੀਰ ਤਥਾਈ। ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਇੱਕ ਦਿਨ ਕੀ ਕੀਤਾ ਵੀ ਜਿਸ ਰਸਤੇ ਤੋਂ ਰਾਮਾਨੰਦ ਜੀ ਜਾਂਦੇ ਸਨ ਨਾ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ, ਉਸ ਪੱਗ ਡੰਡੀ ਦੇ ਵਿੱਚ, ਉਸ ਰਸਤੇ ਦੇ ਵਿੱਚ ਜਿਸ ਪੱਗ ਡੰਡੀ 'ਤੇ ਜਾਂਦੇ ਸਨ ਰਾਮਾਨੰਦ ਜੀ, ਉਸ ਰਸਤੇ ਦੇ ਵਿੱਚ ਲੰਮੇ ਪੈ ਗਏ, ਲੇਟ ਗਏ ਵੀ ਸਵੇਰੇ ਅੰਮ੍ਰਿਤ ਵੇਲੇ ਰਾਮਾਨੰਦ ਜੀ ਆਉਣਗੇ, ਉਹਨਾਂ ਦੀ ਚਰਨ ਛੂਹ ਦੇ ਨਾਲ ਮੈਨੂੰ ਕੋਈ ਗੁਰਮੰਤਰ ਦੇਣਗੇ, ਮੈਨੂੰ ਕੋਈ ਉਪਦੇਸ਼ ਕਰਨਗੇ, ਮੈਨੂੰ ਆਪਣਾ ਸਿੱਖ ਬਣਾਉਣਗੇ। ਤਾਂ ਭਾਈ ਸਾਹਿਬ ਜੀ ਫਰਮਾਉਂਦੇ ਨੇ ਕਿ ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਜਦੋਂ ਰਾਮਾਨੰਦ ਜੀ ਆਏ, ਉਹਨਾਂ ਨੇ ਵੇਖਿਆ ਵੀ ਕੋਈ ਰਸਤੇ ਦੇ ਵਿੱਚ ਲੰਮਾ ਪਿਆ ਹੋਇਆ ਹੈ, ਅੰਮ੍ਰਿਤ ਵੇਲਾ ਸੀ। ਰਾਮਾਨੰਦ ਜੀ ਦੇ ਮੁਖਾਰ ਬਿੰਦ ਤੋਂ ਸਹਿਜ ਸੁਭਾਏ ਬਚਨ ਨਿਕਲਿਆ ਕਿ ਉੱਠ ਭਾਈ ਸਿੱਖਾ, ਰਾਮ ਜਪ, ਇਹ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਸੌਣ ਦਾ ਕੰਮ ਨਹੀਂ, ਅੰਮ੍ਰਿਤ ਵੇਲੇ ਪ੍ਰਭੂ ਦਾ ਸਿਮਰਨ ਕਰ। ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਇਸ ਤਰ੍ਹਾਂ ਗੁਰਮੰਤਰ ਵੀ ਮਿਲ ਗਿਆ ਕਬੀਰ ਸਾਹਿਬ ਨੂੰ, ਕਿਉਂਕਿ ਰਾਮਾਨੰਦ ਜੀ ਨੇ ਆਖਿਆ ਵੀ ਰਾਮ ਜਪ, ਗੁਰਮੰਤਰ ਵੀ ਮਿਲ ਗਿਆ। ਔਰ ਗੁਰਮੰਤਰ ਤੇ ਗੁਰੂ ਦਿੰਦਾ ਨਾ, ਗੁਰੂ ਵੀ ਬਣ ਗਏ ਰਾਮਾਨੰਦ ਜੀ, ਔਰ ਗੁਰਮੰਤਰ ਵੀ ਉਹਨਾਂ ਨੂੰ ਪ੍ਰਾਪਤ ਹੋ ਗਿਆ, ਰਾਮ ਰਾਮ ਜਪਣ ਲੱਗ ਪਏ। ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉ ਲੋਹਾ ਪਾਰਸ ਛੂਏ ਚੰਦਨ ਵਾਸ ਨਿਮ ਮਹਿਕਾਈ। ਭਾਈ ਸਾਹਿਬ ਜੀ ਫਰਮਾਉਂਦੇ ਨੇ ਖੇਡ ਵਰਤ ਗਈ। ਜਿਸ ਤਰ੍ਹਾਂ ਪਾਰਸ ਨੂੰ ਛੂਹ ਕੇ ਲੋਹਾ ਜਿਹੜਾ ਸੋਨਾ ਬਣ ਜਾਂਦਾ ਹੈ, ਜਿਸ ਤਰ੍ਹਾਂ ਚੰਦਨ ਦੀ ਸੰਗਤ ਕਰਕੇ ਨਿੰਮ ਦੇ ਵਿੱਚੋਂ ਵੀ ਚੰਦਨ ਵਰਗੀ ਖੁਸ਼ਬੂ ਹੋਣ ਲੱਗ ਜਾਂਦੀ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਵੀ ਸੋਨਾ ਬਣ ਗਏ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੇ ਪਛਾਨੀ। ਹੁਣ ਤੇ ਰਾਮ ਰਾਮ ਜਪਦੇ ਹਾਂ, ਗੁਰਮੰਤਰ ਪ੍ਰਾਪਤ ਕਰਕੇ ਗੁਰੂ ਤੋਂ, ਰਾਮਾਨੰਦ ਜੀ ਤੋਂ। ਹੁਣ ਤੇ ਰਾਮ ਰਾਮ ਜਪਦੇ ਹਾਂ, ਰਾਮ ਦਾ ਹੀ ਰੂਪ ਹੋ ਗਏ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਸਾਧ ਸੰਗਤ ਜੀ ਹਉਮੈ ਹੰਕਾਰ ਤੋਂ ਛੁਟਕਾਰਾ ਹੋ ਗਿਆ ਕਬੀਰ ਸਾਹਿਬ ਦਾ। ਤਾਂ ਭਾਈ ਸਾਹਿਬ ਜੀ ਫਰਮਾਉਂਦੇ ਨੇ ਰਾਮ ਕਬੀਰਾ ਭੇਦ ਨਾ ਭਾਈ। ਫਿਰ ਰਾਮ ਦੇ ਵਿੱਚ ਤੇ ਕਬੀਰ ਦੇ ਵਿੱਚ ਕੋਈ ਭੇਦ ਨਾ ਰਹਿ ਗਿਆ, ਕੋਈ ਫਰਕ ਨਾ ਰਹਿ ਗਿਆ।
ਸਤਿਗੁਰੂ ਕਿਰਪਾ ਕਰਦੇ ਹਨ। ਸੰਤ ਪ੍ਰਸਾਦ ਭਇਓ ਪ੍ਰਗਾਸ। ਗੁਰੂ ਦੀ ਕਿਰਪਾ ਦੇ ਨਾਲ ਹੀ ਸਾਧ ਸੰਗਤ ਜੀ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਗਿਆਨ ਦਾ। ਗੁਰੂ ਤੋਂ ਬਗੈਰ ਹਿਰਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਭਾਵੇਂ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜੇ, ਦੁਨਿਆਵੀ ਗਿਆਨ ਤੇ ਅਸੀਂ ਇਕੱਠਾ ਕਰ ਲਾਂਗੇ, ਪਰ ਗੁਰਬਾਣੀ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਨਹੀਂ ਆਉਣਾ ਜੇਕਰ ਅਸੀਂ ਗੁਰੂ ਧਾਰਨ ਨਾ ਕਰਾਂਗੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨਾ ਹੋਵਾਂਗੇ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ ਹੈ। ਸਾਧ ਸੰਗਤ ਜੀ, ਆਪ ਜੀ ਦੇ ਗਿਆਤ ਵਾਸਤੇ ਮੈਂ ਅਰਜ਼ ਕਰਾਂ, ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਸੰਦਰਭ ਦੇ ਵਿੱਚ ਸਾਲ ਦੇ ਵਿੱਚ 3 ਪੁਰਬ ਆਉਂਦੇ ਨੇ। ਇੱਕ ਤੇ ਅਗਲੇ ਮਹੀਨੇ ਆ ਰਿਹਾ ਹੈ 16 ਸਤੰਬਰ ਨੂੰ ਪਹਿਲਾ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਸਨ 1604 ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਸੀ। ਬਾਬਾ ਬੁੱਢਾ ਜੀ ਨੂੰ ਹੈੱਡ ਗ੍ਰੰਥੀ ਦੀ ਸੇਵਾ ਬਖਸ਼ੀ ਸੀ, ਮੁੱਖ ਗ੍ਰੰਥੀ ਦੀ ਸ਼੍ਰੀ ਦਰਬਾਰ ਸਾਹਿਬ ਦੇ। ਉਹ ਪਹਿਲਾ ਪ੍ਰਕਾਸ਼ ਪੁਰਬ ਹੈ, ਉਹ ਅਗਲੇ ਮਹੀਨੇ 16 ਸਤੰਬਰ ਨੂੰ ਆ ਰਿਹਾ ਹੈ। ਫਿਰ 15 ਨਵੰਬਰ ਨੂੰ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ, ਔਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡੇ ਪਹੁੰਚੇ ਨਾ, ਤਾਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਸਤਿਗੁਰਾਂ ਨੇ ਆਪਣਾ ਕਮਰ ਕੱਸਾ ਖੋਲ੍ਹਿਆ। ਸਿੱਖਾਂ ਨੇ ਸਤਿਗੁਰਾਂ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸਤਿਗੁਰੂ ਪਹਿਲਾਂ ਤਾਂ ਜੰਗ ਯੁੱਧ ਚੱਲਦੇ ਸਨ, ਆਨੰਦਪੁਰ ਸਾਹਿਬ, ਫਿਰ ਚਮਕੌਰ ਦੀ ਗੜੀ, ਫਿਰ ਮਾਛੀਵਾੜੇ, ਹੁਣ ਕਿਰਪਾ ਕਰੋ ਸਾਨੂੰ ਗੁਰਬਾਣੀ ਦੀ ਸੰਥਿਆ ਕਰਾਓ, ਸਾਨੂੰ ਗੁਰਬਾਣੀ ਦਾ ਅਰਥ ਬੋਧ ਕਰਾਓ। ਤਾਂ ਸਾਧ ਸੰਗਤ ਜੀ ਫਿਰ ਸਤਿਗੁਰਾਂ ਨੇ ਸਿੱਖਾਂ ਨੂੰ ਕਰਤਾਰਪੁਰ ਭੇਜਿਆ ਧੀਰ ਮੱਲੀਆਂ ਦੇ ਕੋਲ, ਕਿ ਜਾਓ ਕਰਤਾਰਪੁਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬੜੇ ਸਤਿਕਾਰ ਦੇ ਨਾਲ ਲੈ ਕੇ ਆਓ। ਪਰ ਸਾਧ ਸੰਗਤ ਜੀ ਧੀਰ ਮੱਲੀਆਂ ਨੇ ਇਹ ਕਹਿੰਦਿਆਂ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਾਨੂੰ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਸਰੂਪ ਬਖਸ਼ਿਸ਼ ਕੀਤਾ ਸੀ। ਜੇਕਰ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ ਹਨ, ਜੇਕਰ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ, ਤਾਂ ਉਹ ਆਪ ਸਰੂਪ ਲਿਖ ਲੈਣ ਜਾਂ ਲਿਖਵਾ ਲੈਣ। ਤਾਂ ਸਾਧ ਸੰਗਤ ਜੀ ਫਿਰ ਉਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ, ਔਰ ਇਸ ਪਾਵਨ ਸਰੂਪ ਨੂੰ ਸਾਧ ਸੰਗਤ ਜੀ ਇਸ ਬਾਣੀ ਨੂੰ ਸੰਪੂਰਨ ਕੀਤਾ, ਜੋ ਅੱਜ ਅਸੀਂ ਇਹ ਪਵਿੱਤਰ ਦਿਹਾੜਾ ਮਨਾ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਔਰ ਜਿਸ ਵੇਲੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਗੱਦੀ ਬਖਸ਼ੀ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਫਿਰ ਹੁਕਮ ਕਰ ਦਿੱਤਾ ਕਿ ਭਾਈ ਆਗਿਆ ਪਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋਚ ਹੈ, ਖੋਜ ਸ਼ਬਦ ਮੈਂ ਲੇ। ਜਿਸ ਕਿਸੇ ਨੇ ਭਾਈ ਮੇਰੇ ਨਾਲ ਗੱਲਾਂ ਕਰਨੀਆਂ ਨੇ ਨਾ, ਉਹ ਗੁਰਬਾਣੀ ਪੜ੍ਹੇ। ਗੁਰਬਾਣੀ ਪੜ੍ਹਨੀ ਭਾਵ ਗੁਰੂ ਦੇ ਨਾਲ ਗੱਲਾਂ ਕਰਨੀਆਂ। ਪਰ ਗੁਰਬਾਣੀ ਦੇ ਉੱਤੇ ਸਾਧ ਸੰਗਤ ਜੀ ਕਿੰਤੂ ਪਰੰਤੂ ਕਦੇ ਨਹੀਂ ਕਰਨਾ, ਸ਼ੰਕਾ ਕਦੇ ਨਹੀਂ ਕਰਨਾ। ਅੱਜ ਅਸੀਂ ਗੁਰਬਾਣੀ ਦੇ ਉੱਤੇ ਵੀ ਸ਼ੰਕਾ ਕਰੀ ਜਾ ਰਹੇ ਹਾਂ, ਇਤਿਹਾਸ ਦੇ ਉੱਤੇ ਸ਼ੰਕਾ ਕਰੀ ਜਾ ਰਹੇ ਹਾਂ, ਪਰ ਸਤਿਗੁਰ ਫਰਮਾਉਂਦੇ ਨੇ ਭਾਈ ਬਾਣੀ ਦੇ ਉੱਤੇ ਸ਼ੰਕਾ ਨਹੀਂ ਕਰਨਾ, ਕਿਉਂਕਿ ਧੁਰ ਕੀ ਬਾਣੀ ਆਈ ਤੇਰੇ ਸਗਲੀ ਚਿੰਤ ਮਿਟਾਈ। ਇਹ ਬਾਣੀ ਧੁਰੋਂ ਆਈ ਹੋਈ ਹੈ, ਇਹ ਪ੍ਰਭੂ ਦੀ ਦਰਗਾਹ ਤੋਂ ਆਈ ਹੋਈ ਹੈ। ਔਰ ਸਾਧ ਸੰਗਤ ਜੀ ਵੇਖੋ ਕਿਤਨੀ ਨਿਮਰਤਾ ਹੈ ਸਤਿਗੁਰਾਂ ਦੀ। ਸਤਿਗੁਰਾਂ ਨੇ ਬਾਣੀ ਦੇ ਉੱਤੇ ਆਪਣਾ ਦਾਅਵਾ ਨਹੀਂ ਕੀਤਾ। ਸਤਿਗੁਰ ਕਹਿੰਦੇ ਨੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰ ਕਹਿੰਦੇ ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਤੇ ਪ੍ਰਭੂ ਦੇ ਹੁਕਮ ਦੇ ਵਿੱਚ ਇਹ ਬਾਣੀ ਉਚਾਰਨ ਕਰ ਰਿਹਾ ਹਾਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ,
ਹਰ ਕਰਤਾ ਆਪ ਮੂੰਹ ਕਢਾਈ। ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇਹ ਬਾਣੀ ਉਚਾਰਨ ਕਰਾਈ ਹੈ। ਇਸ ਕਰਕੇ ਭਾਈ ਨਾ ਤੇ ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਿਆ ਕਰੀਏ ਤੇ ਨਾ ਇਤਿਹਾਸ ਦੇ ਉੱਤੇ ਕਰੀਏ। ਇਤਿਹਾਸ ਨੂੰ ਅਸੀਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਸਕਦੇ ਹਾਂ, ਪਰ ਅਸੀਂ ਫੈਸ਼ਨ ਨਾ ਬਣਾ ਲਈਏ ਇਤਿਹਾਸ ਦੇ ਉੱਤੇ, ਹਰ ਇੱਕ ਸਾਖੀ ਦੇ ਉੱਤੇ ਅਸੀਂ ਕਿੰਤੂ ਪਰੰਤੂ ਕਰੀ ਜਾਈਏ। ਸਾਧ ਸੰਗਤ ਜੀ, ਜੇਕਰ ਗੁਰਬਾਣੀ ਸਾਡੀ ਆਤਮਾ ਹੈ, ਇਤਿਹਾਸ ਸਰੀਰ ਹੈ। ਗੁਰਬਾਣੀ ਆਤਮਾ ਹੈ, ਆਤਮਾ ਤੋਂ ਬਗੈਰ ਸਾਧ ਸੰਗਤ ਜੀ ਸਰੀਰ ਤੁਰ ਫਿਰ ਨਹੀਂ ਸਕਦਾ, ਆਤਮਾ ਤੋਂ ਬਗੈਰ ਸਰੀਰ ਚੱਲ ਨਹੀਂ ਸਕਦਾ। ਸਤਿਗੁਰੂ ਕਿਰਪਾ ਕਰਦੇ ਹਨ, ਸੰਤ ਪ੍ਰਸਾਦ ਭਇਓ ਪ੍ਰਗਾਸ। ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਰਕੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਸਤਿਗੁਰ ਫਰਮਾਉਂਦੇ ਨੇ, ਮੈਂ ਬਲਿਹਾਰੇ ਜਾਣਾ ਹਾਂ ਆਪਣੇ ਗੁਰੂ ਦੇ, ਜਿਸ ਨੇ ਸਾਨੂੰ ਮਨੁੱਖਾਂ ਤੋਂ ਦੇਵਤਾ ਬਣਾ ਦਿੱਤਾ ਹੈ। ਇੱਕ ਛਿਨ ਦੇ ਵਿੱਚ ਹੀ ਪੂਰ ਰਹੇ ਏਕੈ ਗੁਣਤਾਸ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਸਾਧ ਸੰਗਤ ਜੀ, ਤਾਂ ਫਿਰ ਉਹ ਪ੍ਰਭੂ ਹੀ ਸਾਨੂੰ ਸਰਬ ਵਿਆਪਕ ਦਿਸਣ ਲੱਗ ਪੈਂਦਾ ਹੈ। ਹਰ ਇੱਕ ਦੇ ਵਿੱਚ ਉਹ ਪ੍ਰਭੂ ਸਾਨੂੰ ਫਿਰ ਦਿਖਾਈ ਦੇਣ ਲੱਗ ਪੈਂਦਾ ਹੈ। ਕਹਿਤ ਪਵਿੱਤਰ ਸੁਣਤ ਪੁਨੀਤ। ਪ੍ਰਭੂ ਦਾ ਨਾਮ ਕਹਿੰਦਿਆਂ ਸੁਣਦਿਆਂ ਸਾਡਾ ਹਿਰਦਾ ਜਿਹੜਾ ਹੈ ਨਾ ਸਰੀਰ ਦੇ ਸਮੇਤ ਪਵਿੱਤਰ ਹੋ ਜਾਂਦਾ ਹੈ। ਗੁਣ ਗੋਬਿੰਦ ਗਾਵੇ ਨਿਤ ਨੀਤ। ਉਸ ਗੋਬਿੰਦ ਦੇ ਗੁਣ ਨਿਤ ਹਮੇਸ਼ਾ ਹਰ ਵੇਲੇ ਗਾਉਂਦੇ ਰਹਿਣਾ ਚਾਹੀਦਾ ਹੈ। ਕਹੋ ਨਾਨਕ ਜਾ ਕੋ ਹੋ ਕਿਰਪਾਲ। ਹੇ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਕਿਰਪਾਲ ਹੁੰਦਾ ਹੈ, ਦਿਆਲ ਹੁੰਦਾ ਹੈ, ਮਿਹਰਬਾਨ ਹੁੰਦਾ ਹੈ, ਤਿਸ ਜਨ ਕੀ ਸਭ ਪੂਰਨ ਘਾਲ। ਉਸ ਜਨ ਦੀ, ਉਸ ਸੇਵਕ ਦੀ ਸਾਰੀ ਘਾਲਣਾ ਜਿਹੜੀ ਹੈ ਨਾ, ਜੋ ਉਹ ਧਰਮ ਦੇ ਰਸਤੇ ਦੇ ਉੱਤੇ ਤੁਰਿਆ ਹੈ, ਸੇਵਾ ਕੀਤੀ ਹੈ, ਗੁਰੂ ਦਾ ਹੁਕਮ ਮੰਨਿਆ, ਉਪਦੇਸ਼ ਕਮਾਇਆ ਹੈ, ਉਹ ਸਾਰੀ ਘਾਲਣਾ ਸਾਧ ਸੰਗਤ ਜੀ ਉਸ ਦੀ ਪੂਰੀ ਹੋ ਜਾਂਦੀ ਹੈ, ਥਾਂ ਪੈ ਜਾਂਦੀ ਹੈ। ਪਤਿਤ ਪਾਵਨ ਹਰ ਬਿਰਧ ਸਦਾਏ। ਇੱਕ ਤਿਲ ਨਹੀਂ ਭੰਨੈ ਘਾਲੇ। ਸਤਿਗੁਰ ਫਰਮਾਉਂਦੇ ਨੇ ਕਿ ਇੱਕ ਤਿਲ ਜਿੰਨੀ ਘਾਲਣਾ ਵੀ ਜਿਹੜੀ ਹੈ ਨਾ, ਉਹ ਵਿਅਰਥ ਨਹੀਂ ਜਾਂਦੀ। ਜੇਕਰ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਤੁਰਾਂਗੇ ਸਾਧ ਸੰਗਤ ਜੀ, ਕਦੀ ਮਨ ਦੇ ਵਿੱਚ ਇਸ ਪ੍ਰਕਾਰ ਦਾ ਖਿਆਲ ਨਹੀਂ ਲਿਆਉਣਾ ਕਿ ਪਤਾ ਨਹੀਂ ਮੇਰੀ ਇਹ ਕੀਤੀ ਹੋਈ ਭਜਨ ਬੰਦਗੀ ਜਿਹੜੀ ਹੈ, ਇਸ ਨੂੰ ਕੋਈ ਫਲ ਲੱਗਣਾ ਕਿ ਨਹੀਂ ਲੱਗਣਾ। ਅਸੀਂ ਪ੍ਰਭੂ ਦਾ ਸਿਮਰਨ ਕਰ ਰਹੇ ਹਾਂ, ਸਭ ਤੋਂ ਵੱਡਾ ਇਹੋ ਹੀ ਫਲ ਹੈ ਕਿ ਸਾਡਾ ਧਿਆਨ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ, ਸਾਡਾ ਵੀ ਜੀਵਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਲੇਖੇ ਲੱਗ ਜਾਵੇ। ਸੋ ਇਤਨੀਆਂ ਕੁ ਵਿਚਾਰਾਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਸਤਿਗੁਰੂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਵਡਿਆਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਫਰਮਾਉਂਦੇ ਨੇ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ।